ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 8ਵੀਂ ਦੇ ਪਾਠ ਨੰਬਰ 8 ਮੈਮਰੀ ਯੂਨਿਟ ਪਾਠ ਲੈ ਕੇ ਹਾਜ਼ਰ ਹੋਏ ਹਾਂ। ਸੋ ਇਸ ਪਾਠ ਦੇ ਮੁੱਖ ਉਦੇਸ਼ ਹਨ, ਜਿਸ ਵਿੱਚ ਪਹਿਲਾ ਟੌਪਿਕ ਹੈ ਮੈਮਰੀ ਕੀ ਹੈ, ਮੈਮਰੀ ਦੀਆਂ ਕਿਸਮਾਂ, ਮੈਗਨੇਟਿਕ ਡਿਸਕ ਦੀ ਭੌਤਿਕ ਬਣਤਰ ਅਤੇ ਇਸ ਪਾਠ ਦੇ ਅਖੀਰ ਵਿੱਚ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ। ਸੋ ਆਓ ਅਸੀਂ ਹੁਣ ਸਭ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਮੈਮਰੀ ਕੀ ਹੈ। ਕੰਪਿਊਟਰ ਦੀ ਯਾਦਾਸ਼ਤ ਮਨੁੱਖੀ ਦਿਮਾਗ ਵਰਗੀ ਹੁੰਦੀ ਹੈ। ਇਹ ਕੰਪਿਊਟਰ ਦਾ ਸਟੋਰੇਜ ਖੇਤਰ ਹੈ, ਜਿਸ ਵਿੱਚ ਡਾਟਾ ਅਤੇ ਨਿਰਦੇਸ਼ਾਂ ਨੂੰ ਸਟੋਰ ਕੀਤਾ ਜਾਂਦਾ ਹੈ। ਸੋ ਮੈਮਰੀ ਕੰਪਿਊਟਰ ਦਾ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਕੰਪਿਊਟਰ ਦੇ ਕੰਮ ਕਰਨ ਲਈ ਸਾਰਾ ਜ਼ਰੂਰੀ ਡਾਟਾ ਅਤੇ ਉਸ ਉੱਪਰ ਕੰਮ ਕਰਨ ਵਾਲੀਆਂ ਹਦਾਇਤਾਂ ਸਟੋਰ ਕਰਕੇ ਰੱਖੀਆਂ ਜਾ ਸਕਦੀਆਂ ਹਨ। ਸੋ ਕੰਪਿਊਟਰ ਮੈਮਰੀ ਨੂੰ ਕਈ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਸ ਨੂੰ ਸੈੱਲ ਕਹਿੰਦੇ ਹਨ, ਅਤੇ ਹਰੇਕ ਸੈੱਲ ਦਾ ਇੱਕ ਵਿਲੱਖਣ ਮੈਮਰੀ ਪਤਾ ਹੁੰਦਾ ਹੈ। ਸੋ ਅੱਗੇ ਹੁਣ ਅਸੀਂ ਮੈਮਰੀ ਦੀਆਂ ਇਕਾਈਆਂ ਬਾਰੇ ਜਾਣਾਂਗੇ। ਸੋ ਕੰਪਿਊਟਰ ਦੀ ਸਾਰੀ ਜਾਣਕਾਰੀਆਂ ਨੂੰ ਇਲੈਕਟ੍ਰੋਨਿਕ ਯੰਤਰ ਰਾਹੀਂ ਸਾਂਭਿਆ ਜਾਂਦਾ ਹੈ, ਜੋ ਕਿਸੇ ਸਿਗਨਲ ਦੀਆਂ ਅਵਸਥਾਵਾਂ ਨੂੰ ਦਰਸਾਉਂਦਾ ਹੈ, ਜਾਣੀ ਕਿ ਮੌਜੂਦਗੀ ਜਾਂ ਗੈਰ ਮੌਜੂਦਗੀ। ਇਹਨਾਂ ਅਵਸਥਾਵਾਂ ਦੀ ਪਛਾਣ ਕਰਨ ਲਈ ਦੋ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਹੈ 0 ਜਾਂ 1, ਜਿਸ ਨੂੰ ਅਸੀਂ ਬਿਟ ਵੀ ਕਹਿੰਦੇ ਹਾਂ। ਸੋ 0 ਸਿਗਨਲ ਦੀ ਗੈਰ ਮੌਜੂਦਗੀ ਅਤੇ 1 ਸਿਗਨਲ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ। ਸੋ ਕੰਪਿਊਟਰ ਮੈਮਰੀ ਦੀ ਸਮਰੱਥਾ ਉਸ ਦੀ ਮੈਮਰੀ ਡਿਵਾਈਸ ਵਿੱਚ ਡਾਟਾ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ, ਜੋ ਕਿ ਡਿਵਾਈਸ ਦੀ ਕੁੱਲ ਬਾਈਟ ਨੂੰ ਸਟੋਰ ਕਰਨ ਦੀ ਸਮਰੱਥਾ ਦੇ ਬਰਾਬਰ ਹੁੰਦੀ ਹੈ। ਸੋ ਮੈਮਰੀ ਸਮਰੱਥਾ ਨੂੰ ਬਾਈਟ ਵਿੱਚ ਮਾਪਿਆ ਜਾਂਦਾ ਹੈ, ਜੋ ਕਿ 8 ਬਿਟ ਦੇ ਬਰਾਬਰ ਹੁੰਦੀਆਂ ਹਨ। ਸੋ ਅੱਗੇ ਹੁਣ ਅਸੀਂ ਕੰਪਿਊਟਰ ਮੈਮਰੀ ਨੂੰ ਮਾਪਣ ਦੀਆਂ ਇਕਾਈਆਂ ਬਾਰੇ ਜਾਣਾਂਗੇ। ਜਿਵੇਂ ਕਿ ਤੁਸੀਂ ਹੇਠਾਂ ਟੇਬਲ ਵਿੱਚ ਦੇਖ ਪਾ ਰਹੇ ਹੋ, ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਿਟ। ਸੋ ਬਿਟ ਨੂੰ ਅਸੀਂ ਬਾਈਨਰੀ ਅੰਕ ਕਹਿੰਦੇ ਹਾਂ, ਜੋ ਕਿ 0 ਜਾਂ 1 ਹੋ ਸਕਦਾ ਹੈ। ਸੋ ਇਸ ਵਿੱਚ ਜਿਹੜਾ 0 ਅੰਕ ਹੈ ਉਹ ਸਿਗਨਲ ਦੀ ਗੈਰ ਮੌਜੂਦਗੀ ਨੂੰ ਦਰਸਾ ਰਿਹਾ ਹੈ, ਅਤੇ ਜਿਹੜਾ ਅੰਕ 1 ਹੈ ਉਹ ਸਿਗਨਲ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ। ਦੂਸਰੀ ਇਸ ਦੀ ਮੈਮਰੀ ਇਕਾਈ ਹੈ ਨਿਬਲ। ਸੋ ਨਿਬਲ 4 ਬਿਟ ਦੇ ਸਮੂਹ ਨੂੰ ਕਹਿੰਦੇ ਹਾਂ। ਤੀਸਰੀ ਸਾਡੀ ਇਕਾਈ ਹੈ ਬਾਈਟ। ਸੋ 8 ਬਿਟ ਦੇ ਸਮੂਹ ਨੂੰ ਅਸੀਂ ਇੱਕ ਬਾਈਟ ਕਹਿੰਦੇ ਹਾਂ। ਸੋ ਕੰਪਿਊਟਰ ਦੀ ਮੈਮਰੀ ਵਿੱਚ ਇੱਕ ਜਿਹੜਾ ਕਰੈਕਟਰ ਹੈ ਜਾਂ ਇੱਕ ਅੱਖਰ ਹੈ ਉਹ ਇੱਕ ਬਾਈਟ ਦੇ ਬਰਾਬਰ ਹੁੰਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਇਹਦੀ ਚੌਥੀ ਮੈਮਰੀ ਇਕਾਈ ਹੈ ਕਿਲੋਬਾਈਟ, ਜਿਸ ਨੂੰ ਅਸੀਂ KB ਵੀ ਕਹਿੰਦੇ ਹਾਂ। ਸੋ ਇੱਕ ਜਿਹੜਾ KB ਹੈ ਉਹ 1024 ਬਾਈਟ ਦੇ ਬਰਾਬਰ ਹੁੰਦਾ ਹੈ। ਪੰਜਵੀਂ ਇਸ ਦੀ ਇਕਾਈ ਹੈ ਮੈਗਾਬਾਈਟ, ਜਿਸ ਨੂੰ ਅਸੀਂ MB ਦੇ ਨਾਲ ਸ਼ੋ ਕਰਦੇ ਹਾਂ। ਸੋ ਇੱਕ ਮੈਗਾਬਾਈਟ 1024 ਕਿਲੋਬਾਈਟ ਦੇ ਬਰਾਬਰ ਹੁੰਦਾ ਹੈ। ਛੇਵੀਂ ਸਾਡੇ ਕੋਲ ਮੈਮਰੀ ਇਕਾਈ ਹੈ ਗੀਗਾਬਾਈਟ, ਜਿਸ ਨੂੰ ਅਸੀਂ GB ਦੇ ਨਾਲ ਸ਼ੋ ਕਰਦੇ ਹਾਂ। ਸੋ 1 GB ਜਿਹੜੀ ਹੈ ਉਹ 1024 MB ਦੇ ਬਰਾਬਰ ਹੁੰਦੀ ਹੈ। ਸੱਤਵੀਂ ਸਾਡੇ ਕੋਲ ਮੈਮਰੀ ਇਕਾਈ ਹੈ ਟੈਰਾਬਾਈਟ। ਸੋ ਟੈਰਾਬਾਈਟ ਨੂੰ ਅਸੀਂ TB ਦੇ ਨਾਲ ਦਰਸਾਉਂਦੇ ਹਾਂ। ਸੋ ਇੱਕ ਜਿਹੜੀ TB ਹੈ ਉਹ 1024 GB ਡਾਟਾ ਦੇ ਬਰਾਬਰ ਹੁੰਦੀ ਹੈ। ਅੱਠਵੀਂ ਸਾਡੇ ਕੋਲ ਮੈਮਰੀ ਇਕਾਈ ਹੈ ਪੈਟਾਬਾਈਟ। ਸੋ ਪੈਟਾਬਾਈਟ ਨੂੰ ਅਸੀਂ PB ਦੇ ਨਾਲ ਦਰਸਾਉਂਦੇ ਹਾਂ। ਸੋ ਇੱਕ ਪੈਟਾਬਾਈਟ 1024 ਟੈਰਾਬਾਈਟ ਮੈਮਰੀ ਦੇ ਬਰਾਬਰ ਹੁੰਦੀ ਹੈ। ਸੋ ਅੱਗੇ ਹੁਣ ਅਸੀਂ ਮੈਮਰੀ ਦੀਆਂ ਕਿਸਮਾਂ ਬਾਰੇ ਜਾਣ ਲੈਂਦੇ ਹਾਂ। ਸੋ ਮੈਮਰੀ ਦੀਆਂ ਸਾਡੇ ਕੋਲ ਜਿਹੜੀਆਂ ਕਿਸਮਾਂ ਨੇ, ਜਿਸ ਵਿੱਚ ਪਹਿਲਾਂ ਸਾਡੇ ਕੋਲ ਹੈ CPU ਰਜਿਸਟਰ, ਕੈਸ਼ ਮੈਮਰੀ ਅਤੇ ਮੇਨ ਮੈਮਰੀ। ਤੇ ਇਹ ਜਿਹੜੀ ਤਿੰਨੋਂ ਤਰ੍ਹਾਂ ਦੀ ਜਿਹੜੀ ਮੈਮਰੀ ਹੈ ਇਸ ਨੂੰ ਅਸੀਂ ਅੰਦਰੂਨੀ ਮੈਮਰੀ ਆਖਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਮੈਗਨੇਟਿਕ ਡਿਸਕ, ਆਪਟੀਕਲ ਡਿਸਕ ਅਤੇ ਮੈਗਨੇਟਿਕ ਟੇਪ, ਇਹ ਸਾਡੇ ਕੋਲ ਬਾਹਰੀ ਮੈਮਰੀ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ। ਜੇਕਰ ਅਸੀਂ ਇਸ ਮੈਮਰੀ ਨੂੰ ਥੱਲੋਂ ਤੋਂ ਉੱਪਰ ਤੱਕ ਝਾਤ ਮਾਰੀਏ ਤਾਂ ਉੱਪਰ ਜਾਂਦੇ ਹੋਏ ਜਿਹੜੀ ਮੈਮਰੀ ਦੀ ਸਪੀਡ ਹੈ ਉਹ ਵੱਧਦੀ ਹੈ। ਸੋ ਅੱਗੇ ਹੁਣ ਅਸੀਂ ਮੈਮਰੀ ਦੀਆਂ ਕਿਸਮਾਂ ਬਾਰੇ ਜਾਣਾਂਗੇ। ਸੋ ਮੈਮਰੀ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਸ ਦੀ ਪਹਿਲੀ ਕਿਸਮ ਹੈ ਅੰਦਰੂਨੀ ਮੈਮਰੀ ਅਤੇ ਦੂਸਰੀ ਹੈ ਬਾਹਰੀ ਮੈਮਰੀ। ਸਭ ਤੋਂ ਪਹਿਲਾਂ ਅਸੀਂ ਅੰਦਰੂਨੀ ਮੈਮਰੀ ਬਾਰੇ ਜਾਣਾਂਗੇ। ਅੰਦਰੂਨੀ ਮੈਮਰੀ ਇਹ ਕੰਪਿਊਟਰ ਦੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਯਾਨੀ ਕਿ CPU ਦਾ ਹੀ ਭਾਗ ਹੁੰਦੀ ਹੈ। ਅੰਦਰੂਨੀ ਮੈਮਰੀ ਵਿੱਚ ਕਿਸੇ ਸਮੇਂ ਵੀ ਚੱਲ ਰਹੇ ਪ੍ਰੋਗਰਾਮ ਅਤੇ ਉਸ ਨਾਲ ਸੰਬੰਧਿਤ ਇਨਪੁਟ ਅਤੇ ਆਉਟਪੁੱਟ ਡਾਟਾ ਨੂੰ ਕੁਝ ਸਮੇਂ ਲਈ ਸਟੋਰ ਕੀਤਾ ਜਾਂਦਾ ਹੈ, ਅਤੇ ਜਿਵੇਂ ਹੀ ਉਸ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ ਤਾਂ ਉਸ ਨੂੰ ਹਟਾ ਕੇ ਦੂਜੇ ਡਾਟੇ ਜਾਂ ਪ੍ਰੋਗਰਾਮ ਨੂੰ ਰੱਖਿਆ ਜਾਂਦਾ ਹੈ, ਜਿਸ ਦੀ ਵਰਤੋਂ CPU
ਕਰਦਾ ਹੈ। ਸੋ ਇਸ ਮੈਮਰੀ ਦਾ ਆਕਾਰ ਸੀਮਿਤ ਹੁੰਦਾ ਹੈ, ਪਰ ਇਸ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈ, ਤਾਂ ਜੋ ਜਦੋਂ ਵੀ ਕਿਸੇ ਡਾਟੇ ਦੀ ਲੋੜ ਪਵੇ ਤਾਂ ਉਸ ਨੂੰ ਛੇਤੀ ਨਾਲ ਇਸ ਵਿੱਚ ਲਿਆਇਆ ਜਾ ਸਕੇ। ਸੋ ਕੰਪਿਊਟਰ ਦੀ ਅੰਦਰੂਨੀ ਮੈਮਰੀ ਦਾ ਆਕਾਰ ਜਿੰਨਾ ਜ਼ਿਆਦਾ ਹੁੰਦਾ ਹੈ, ਉਹ ਕੰਪਿਊਟਰ ਉਨਾ ਹੀ ਤੇਜ਼ ਮੰਨਿਆ ਜਾਂਦਾ ਹੈ। ਸੋ CPU ਰਜਿਸਟਰ, ਕੈਸ਼ ਮੈਮਰੀ ਅਤੇ ਮੁੱਖ ਮੈਮਰੀ ਨੂੰ ਅੰਦਰੂਨੀ ਮੈਮਰੀ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਸੋ ਅੱਗੇ ਹੁਣ ਅਸੀਂ ਅੰਦਰੂਨੀ ਮੈਮਰੀ ਦੀ ਜਿਹੜੀ ਪਹਿਲੀ ਕਿਸਮ ਹੈ CPU ਰਜਿਸਟਰ, ਉਸ ਬਾਰੇ ਜਾਣਾਂਗੇ। ਸੋ CPU ਰਜਿਸਟਰ ਇੱਕ ਅਸਥਾਈ ਅਤੇ ਸਭ ਤੋਂ ਵੱਧ ਤੇਜ਼ ਰਫ਼ਤਾਰ ਵਾਲੀ ਕੰਪਿਊਟਰ ਮੈਮਰੀ ਹੈ ਜੋ CPU ਅੰਦਰ ਮੌਜੂਦ ਹੁੰਦੀ ਹੈ। CPU ਰਜਿਸਟਰ ਦੀ ਵਰਤੋਂ CPU ਦੁਆਰਾ ਤੁਰੰਤ ਕੀਤੇ ਜਾਣ ਵਾਲੇ ਡਾਟਾ ਅਤੇ ਹਦਾਇਤਾਂ ਨੂੰ ਸਟੋਰ ਜਾਂ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਸੋ CPU ਦੁਆਰਾ ਵਰਤੇ ਜਾਂਦੇ ਰਜਿਸਟਰ ਨੂੰ ਪ੍ਰੋਸੈਸਰ ਰਜਿਸਟਰ ਵੀ ਕਿਹਾ ਜਾਂਦਾ ਹੈ। CPU ਰਜਿਸਟਰ ਦੀਆਂ ਆਮ ਉਦਾਹਰਨਾਂ ਹਨ ਇੰਸਟਰਕਸ਼ਨ ਰਜਿਸਟਰ, ਮੈਮਰੀ ਬਫਰ ਰਜਿਸਟਰ, ਮੈਮਰੀ ਡਾਟਾ ਰਜਿਸਟਰ ਅਤੇ ਮੈਮਰੀ ਐਡਰੈਸ ਰਜਿਸਟਰ। ਸੋ ਜਿਵੇਂ ਕਿ ਤੁਸੀਂ ਇਸ ਚਿੱਤਰ ਵਿੱਚ ਦੇਖ ਪਾ ਰਹੇ ਹੋ, ਸਭ ਤੋਂ ਖੱਬੇ ਪਾਸੇ ਸਾਡੇ ਕੋਲ ਇੱਕ CPU ਹੈ ਜਿਸ ਵਿੱਚ ਸਾਡੇ ਕੋਲ ਰਜਿਸਟਰ ਨੇ, ਉਸ ਤੋਂ ਬਾਅਦ ਕੈਸ਼ ਮੈਮਰੀ ਹੈ, ਮੇਨ ਮੈਮਰੀ ਹੈ, ਉਸ ਤੋਂ ਬਾਅਦ ਸੈਕੰਡਰੀ ਮੈਮਰੀ ਹੈ। ਤਾਂ ਜਿਹੜਾ ਸਾਡਾ CPU ਹੈ, ਜਦੋਂ ਸੈਕੰਡਰੀ ਮੈਮਰੀ 'ਚ ਸਾਡਾ ਕੋਈ ਡਾਟਾ ਪਿਆ ਹੋਇਆ ਤਾਂ ਸਭ ਤੋਂ ਪਹਿਲਾਂ ਸੈਕੰਡਰੀ ਮੈਮਰੀ ਤੋਂ ਡਾਟਾ ਮੇਨ ਮੈਮਰੀ ਯਾਨੀ ਕਿ ਰੈਮ ਵਿੱਚ ਆਉਂਦਾ ਹੈ। ਰੈਮ ਤੋਂ ਬਾਅਦ ਕੈਸ਼ ਮੈਮਰੀ ਦੇ ਥਰੂ ਉਹਦਾ ਡਾਟਾ ਆ ਉਹ CPU ਤੱਕ ਪਹੁੰਚਾਇਆ ਜਾਂਦਾ ਹੈ। ਉਸੇ ਤਰ੍ਹਾਂ ਦੇ ਨਾਲ ਮੇਨ ਮੈਮਰੀ ਦਾ ਡਾਟਾ ਰਜਿਸਟਰ ਵਿੱਚ ਵੀ ਸਟੋਰ ਹੁੰਦਾ ਹੈ ਤੇ ਜਿਸ ਨੂੰ CPU ਸਿੱਧੇ ਤੌਰ ਤੇ ਵਰਤਦਾ ਹੈ। ਅੱਗੇ ਹੁਣ ਅਸੀਂ ਕੈਸ਼ ਮੈਮਰੀ ਬਾਰੇ ਜਾਣਾਂਗੇ। ਕੈਸ਼ ਮੈਮਰੀ ਬਹੁਤ ਤੇਜ਼ ਰਫ਼ਤਾਰ ਵਾਲੀ ਸੈਮੀ ਕੰਡਕਟਰ ਮੈਮਰੀ ਹੁੰਦੀ ਹੈ ਜੋ ਕਿ CPU ਦੇ ਕੰਮ ਕਰਨ ਦੀ ਰਫ਼ਤਾਰ ਨੂੰ ਤੇਜ਼ ਕਰ ਦਿੰਦੀ ਹੈ ਜਾਂ ਕਹਿ ਸਕਦੇ ਹਾਂ ਦੁੱਗਣਾ ਕਰ ਦਿੰਦੀ ਹੈ। ਇਹ ਮੈਮਰੀ CPU ਅਤੇ ਮੁੱਖ ਮੈਮਰੀ ਦੇ ਵਿਚਕਾਰ ਇੱਕ ਬਫਰ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਇਹ CPU ਵੱਲੋਂ ਵਰਤੇ ਜਾਣ ਵਾਲੇ ਡਾਟਾ ਅਤੇ ਹਦਾਇਤਾਂ ਨੂੰ ਸਟੋਰ ਕਰਕੇ ਰੱਖਦੀ ਹੈ। ਆਮ ਤੌਰ ਤੇ ਪ੍ਰੋਸੈਸਰ ਨੂੰ ਮੁੱਖ ਮੈਮਰੀ ਤੋਂ ਡਾਟਾ ਨੂੰ ਪੜ੍ਹਨ ਵਿੱਚ 180 ਨੈਨੋ ਸੈਕਿੰਡ ਦਾ ਸਮਾਂ ਲੱਗਦਾ ਹੈ, ਜਦਕਿ ਕੈਸ਼ ਮੈਮਰੀ ਦੀ ਮਦਦ ਨਾਲ ਇਹ ਡਾਟਾ 45 ਨੈਨੋ ਸੈਕਿੰਡ ਵਿੱਚ ਪੜ੍ਹਿਆ ਅਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਸੋ ਅੱਗੇ ਹੁਣ ਅਸੀਂ ਕੈਸ਼ ਮੈਮਰੀ ਦੇ ਲਾਭ ਜਾਂ ਗੁਣ ਜਾਣ ਲੈਂਦੇ ਹਾਂ। ਸੋ ਕੈਸ਼ ਮੈਮਰੀ ਮੁੱਖ ਮੈਮਰੀ ਨਾਲੋਂ ਤੇਜ਼ ਹੁੰਦੀ ਹੈ। ਕੈਸ਼ ਮੈਮਰੀ ਦਾ ਐਕਸੈਸ ਟਾਈਮ ਮੁੱਖ ਮੈਮਰੀ ਦੇ ਮੁਕਾਬਲੇ ਘੱਟ ਹੁੰਦਾ ਹੈ। ਕੈਸ਼ ਮੈਮਰੀ ਵਿੱਚ ਉਹ ਪ੍ਰੋਗਰਾਮ ਹੁੰਦੇ ਹਨ ਜੋ ਥੋੜੇ ਸਮੇਂ ਦੇ ਅੰਦਰ ਚਲਾਏ ਜਾ ਸਕਦੇ ਹਨ। ਸੋ ਕੈਸ਼ ਮੈਮਰੀ ਡਾਟਾ ਨੂੰ ਅਸਥਾਈ ਤੌਰ ਤੇ ਸਟੋਰ ਕਰਦੀ ਹੈ। ਅੱਗੇ ਹੁਣ ਅਸੀਂ ਕੈਸ਼ੇ ਮੈਮਰੀ ਦੀ ਹਾਨੀਆਂ ਬਾਰੇ ਜਾਣਾਂਗੇ। ਸੋ ਕੈਸ਼ ਮੈਮਰੀ ਦੀ ਸਟੋਰੇਜ ਸਮਰੱਥਾ ਬਹੁਤ ਘੱਟ ਹੁੰਦੀ ਹੈ। ਦੂਸਰਾ, ਕੈਸ਼ ਮੈਮਰੀ ਬਹੁਤ ਮਹਿੰਗੀ ਹੁੰਦੀ ਹੈ। ਅੱਗੇ ਹੁਣ ਅਸੀਂ ਪ੍ਰਾਇਮਰੀ ਮੈਮਰੀ ਬਾਰੇ ਜਾਣਾਂਗੇ। ਸੋ ਪ੍ਰਾਇਮਰੀ ਮੈਮਰੀ ਨੂੰ ਮੁੱਖ ਮੈਮਰੀ ਜਾਂ ਮੇਨ ਮੈਮਰੀ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਦੀ ਉਹ ਮੈਮਰੀ ਹੈ ਜਿਸ ਤੱਕ CPU ਦੀ ਸਿੱਧੀ ਪਹੁੰਚ ਹੁੰਦੀ ਹੈ। ਸੋ ਕੰਪਿਊਟਰ ਇਸ ਮੈਮਰੀ ਤੋਂ ਬਿਨਾਂ ਸਟਾਰਟ ਨਹੀਂ ਹੋ ਸਕਦਾ। ਪ੍ਰਾਇਮਰੀ ਮੈਮਰੀ ਕੰਪਿਊਟਰ ਮਦਰਬੋਰਡ ਉੱਪਰ CPU ਦੇ ਨੇੜੇ ਸਥਿਤ ਹੁੰਦੀਆਂ ਹਨ ਅਤੇ CPU ਨਾਲ ਇਹਨਾਂ ਮੈਮਰੀ ਵਿੱਚੋਂ ਡਾਟਾ ਨੂੰ ਪੜ੍ਹ ਸਕਦਾ ਹੈ। ਸੋ ਪ੍ਰਾਇਮਰੀ ਮੈਮਰੀ ਸੈਕੰਡਰੀ ਮੈਮਰੀ ਨਾਲੋਂ ਤੇਜ਼ ਹੁੰਦੀ ਹੈ, ਪਰ ਰਜਿਸਟਰਡ ਅਤੇ ਕੈਸ਼ ਮੈਮਰੀ ਨਾਲੋਂ ਇਸ ਦੀ ਰਫ਼ਤਾਰ ਘੱਟ ਹੁੰਦੀ ਹੈ। ਸੋ ਅੱਗੇ ਹੁਣ ਅਸੀਂ ਪ੍ਰਾਇਮਰੀ ਮੈਮਰੀ ਦੀ ਕਿਸਮਾਂ ਬਾਰੇ ਜਾਣਾਂਗੇ। ਇਸ ਦੀ ਪਹਿਲੀ ਕਿਸਮ ਹੈ ਰੈਮ ਅਤੇ ਦੂਸਰੀ ਇਸ ਦੀ ਕਿਸਮ ਹੈ ਰੋਮ। ਸੋ ਰੋਮ ਨੂੰ ਵੀ ਅੱਗੇ ਅਸੀਂ ਦੋ ਭਾਗਾਂ 'ਚ ਵੰਡਦੇ ਹਾਂ। ਰੋਮ ਦੀ ਪਹਿਲੀ ਕਿਸਮ ਹੈ ਸਟੈਟਿਕ ਰੈਮ ਅਤੇ ਦੂਸਰੀ ਇਸ ਦੀ ਕਿਸਮ ਹੈ ਡਾਇਨਾਮਿਕ ਰੈਮ। ਉਸੇ ਤਰ੍ਹਾਂ ਦੇ ਨਾਲ ਰੋਮ ਦੀਆਂ ਵੀ ਅੱਗੇ 4 ਕਿਸਮਾਂ ਨੇ, ਜਿਸ ਵਿੱਚ ਪਹਿਲੀ ਹੈ ਮਾਸਕਡ ਰੋਮ, ਦੂਸਰੀ ਪ੍ਰੋਗਰਾਮੇਬਲ ਰੋਮ ਅਤੇ ਤੀਸਰੀ ਇਰੇਜ਼ੇਬਲ ਰੋਮ ਅਤੇ ਚੌਥੀ ਇਲੈਕਟ੍ਰੀਕਲੀ ਇਰੇਜ਼ੇਬਲ ਰੋਮ। ਸੋ ਅਸੀਂ ਹੁਣ ਸਭ ਤੋਂ ਪਹਿਲਾਂ ਰੈਮ ਬਾਰੇ ਜਾਣ ਲੈਂਦੇ ਹਾਂ। ਸੋ ਰੈਮ ਦਾ ਪੂਰਾ ਨਾਮ ਰੈਂਡਮ ਐਕਸੈਸ ਮੈਮਰੀ ਹੈ। ਇਹ ਮੈਮਰੀ ਇੱਕ ਚਿਪ ਵਾਂਗ ਹੁੰਦੀ ਹੈ ਜੋ ਕਿ ਮੈਟਲ ਆਕਸਾਈਡ ਸੈਮੀਕੰਡਕਟਰ ਨਾਲ ਬਣੀ ਹੁੰਦੀ ਹੈ। ਰੈਮ ਉਹਨਾਂ ਪ੍ਰੋਗਰਾਮਾਂ ਅਤੇ ਡਾਟੇ ਨੂੰ ਸਟੋਰ ਕਰਦੀ ਹੈ ਜੋ ਕੰਪਿਊਟਰ ਸਿਸਟਮ ਸਾਡੇ ਕੰਮ ਕਰਨ ਦੌਰਾਨ ਵਰਤ ਰਿਹਾ ਹੁੰਦਾ ਹੈ, ਤਾਂ ਜੋ ਉਹਨਾਂ ਤੱਕ ਜਲਦੀ ਪਹੁੰਚ ਕੀਤੀ ਜਾ ਸਕੇ। ਸੋ ਰੈਮ ਮੈਮਰੀ ਵਿੱਚ ਮੌਜੂਦ ਡਾਟੇ ਨੂੰ ਪੜ੍ਹਿਆ ਜਾ ਸਕਦਾ ਹੈ ਅਤੇ ਨਵਾਂ ਡਾਟਾ ਲਿਖਿਆ ਵੀ ਜਾ ਸਕਦਾ ਹੈ, ਪਰ ਇਸ ਮੈਮਰੀ ਵਿੱਚ ਸਟੋਰ ਕੀਤਾ ਡਾਟਾ ਅਸਥਾਈ ਹੁੰਦਾ ਹੈ, ਇਸ ਕਰਕੇ ਇਸ ਨੂੰ ਵੋਲਾਟਾਈਲ ਮੈਮਰੀ ਵੀ ਕਹਿੰਦੇ ਹਨ। ਸੋ ਕੰਪਿਊਟਰ ਦੇ ਬੰਦ ਹੋ ਜਾਣ ਜਾਂ ਬਿਜਲੀ ਦੇ ਚਲੇ ਜਾਣ ਨਾਲ
ਇਸ ਮੈਮਰੀ ਵਿੱਚ ਪਿਆ ਡਾਟਾ ਨਸ਼ਟ ਹੋ ਜਾਂਦਾ ਹੈ। ਸੋ ਰੈਮ ਮੈਮਰੀ ਬਹੁਤ ਮਹਿੰਗੀ ਹੁੰਦੀ ਹੈ ਅਤੇ ਇਸ ਦਾ ਆਕਾਰ ਅਤੇ ਡਾਟਾ ਸਟੋਰ ਕਰਨ ਦੀ ਸਮਰੱਥਾ ਦੋਵੇਂ ਹੀ ਘੱਟ ਹੁੰਦੀਆਂ ਹਨ। ਜਿਵੇਂ ਕਿ ਤੁਸੀਂ ਸੱਜੇ ਪਾਸੇ ਹੇਠਾਂ ਚਿੱਤਰ ਵਿੱਚ ਦੇਖ ਪਾ ਰਹੇ ਹੋ, ਇਸ ਤਰ੍ਹਾਂ ਦੇ ਯੰਤਰ ਨੂੰ ਅਸੀਂ ਰੈਮ ਕਹਿੰਦੇ ਹਾਂ। ਸੋ ਰੈਮ ਦੀਆਂ ਵੀ ਦੋ ਕਿਸਮਾਂ ਹੁੰਦੀਆਂ ਹਨ, ਜਿਸ ਵਿੱਚ ਪਹਿਲੀ ਹੈ ਸਟੈਟਿਕ ਰੈਮ ਅਤੇ ਦੂਸਰੀ ਹੈ ਡਾਇਨਾਮਿਕ ਰੈਮ। ਹੁਣ ਅੱਗੇ ਅਸੀਂ ਇਹਨਾਂ ਦੋਨਾਂ ਬਾਰੇ ਪੜ੍ਹਾਂਗੇ। ਹੁਣ ਸਭ ਤੋਂ ਪਹਿਲਾਂ ਹੁਣ ਅਸੀਂ ਸਟੈਟਿਕ ਰੈਮ ਬਾਰੇ ਜਾਣ ਲੈਂਦੇ ਹਾਂ। ਸਟੈਟਿਕ ਰੈਮ ਉਸ ਸਮੇਂ ਤੱਕ ਹੀ ਆਪਣੇ ਡਾਟਾ ਨੂੰ ਸਟੋਰ ਕਰਕੇ ਰੱਖਦੀ ਹੈ ਜਦੋਂ ਤੱਕ ਇਸ ਨੂੰ ਬਿਜਲੀ ਦੀ ਪਾਵਰ ਸਪਲਾਈ ਮਿਲਦੀ ਰਹਿੰਦੀ ਹੈ। ਸਟੈਟਿਕ ਰੈਮ ਦਾ ਵੀ ਵੋਲਾਟਾਈਲ ਗੁਣ ਹੋਣ ਕਰਕੇ ਇਸ ਵਿੱਚ ਪਿਆ ਡਾਟਾ ਮੈਮਰੀ ਦੀ ਪਾਵਰ ਘੱਟ ਹੋਣ ਕਰਕੇ ਨਸ਼ਟ ਹੋ ਜਾਂਦਾ ਹੈ। ਸੋ ਸਟੈਟਿਕ ਰੈਮ ਦੀ ਚਿਪ ਉੱਤੇ 6 ਟਰਾਂਜ਼ਿਸਟਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਕੋਈ ਵੀ ਕੈਪੈਸਿਟਰ ਨਹੀਂ ਲੱਗਿਆ ਹੁੰਦਾ। ਸਟੈਟਿਕ ਰੈਮ ਵਿੱਚ ਟਰਾਂਜ਼ਿਸਟਰ ਦੀ ਲੀਕੇਜ ਨੂੰ ਰੋਕਣ ਲਈ ਇਸ ਮੈਮਰੀ ਨੂੰ ਪਾਵਰ ਸਪਲਾਈ ਦੇਣ ਦੀ ਲੋੜ ਨਹੀਂ ਪੈਂਦੀ। ਸੋ ਅੱਗੇ ਹੁਣ ਅਸੀਂ ਸਟੈਟਿਕ ਰੈਮ ਦੇ ਗੁਣ ਬਾਰੇ ਜਾਣਾਂਗੇ। ਇਸ ਦਾ ਪਹਿਲਾ ਗੁਣ ਹੈ ਸਟੈਟਿਕ ਰੈਮ ਜ਼ਿਆਦਾ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਦੂਸਰਾ ਗੁਣ ਹੈ ਸਟੈਟਿਕ ਰੈਮ ਦੀ ਮੈਮਰੀ ਵਿੱਚ ਮੌਜੂਦ ਡਾਟੇ ਨੂੰ ਬਰਕਰਾਰ ਰੱਖਣ ਲਈ ਰੀਫਰੈਸ਼ ਕਰਨ ਦੀ ਜ਼ਰੂਰਤ ਜਾਂ ਲੋੜ ਨਹੀਂ ਪੈਂਦੀ। ਤੀਸਰੇ ਇਸ ਦਾ ਗੁਣ ਹੈ ਸਟੈਟਿਕ ਰੈਮ ਦੀ ਸਪੀਡ ਜਾਂ ਰਫ਼ਤਾਰ ਤੇਜ਼ ਹੁੰਦੀ ਹੈ। ਸਟੈਟਿਕ ਰੈਮ ਨੂੰ ਕੈਸ਼ ਮੈਮਰੀ ਵਾਂਗ ਵਰਤਿਆ ਜਾਂਦਾ ਹੈ। ਸਟੈਟਿਕ ਰੈਮ ਆਕਾਰ ਵਿੱਚ ਵੱਡੀ ਹੁੰਦੀ ਹੈ। ਸਟੈਟਿਕ ਰੈਮ ਮਹਿੰਗੀ ਹੁੰਦੀ ਹੈ ਅਤੇ ਸਟੈਟਿਕ ਰੈਮ ਬਿਜਲੀ ਦੀ ਖਪਤ ਵੀ ਜ਼ਿਆਦਾ ਕਰਦੀ ਹੈ। ਅੱਗੇ ਹੁਣ ਅਸੀਂ ਡਾਇਨਾਮਿਕ ਰੈਮ ਬਾਰੇ ਜਾਣਾਂਗੇ। ਡਾਇਨਾਮਿਕ ਰੈਮ ਦੇ ਸਟੋਰੇਜ ਸੈੱਲ ਸਰਕਟ ਵਿੱਚ ਇੱਕ ਟਰਾਂਜ਼ਿਸਟਰ ਲੱਗਾ ਹੁੰਦਾ ਹੈ ਜੋ ਕਿ ਠੀਕ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਕਿ ਕੋਈ ਔਨ ਆਫ ਸਵਿਚ ਕੰਮ ਕਰਦਾ ਹੈ ਅਤੇ ਇਸ ਵਿੱਚ ਇੱਕ ਕੈਪੈਸਿਟਰ ਵੀ ਲੱਗਾ ਹੁੰਦਾ ਹੈ ਜੋ ਕਿ ਬਿਜਲੀ ਦੇ ਚਾਰਜ ਨੂੰ ਸਟੋਰ ਕਰਕੇ ਰੱਖਦਾ ਹੈ। ਸੋ ਡਾਇਨਾਮਿਕ ਰੈਮ ਵਿੱਚ ਕੈਪੈਸਿਟਰ ਚਾਰਜ ਵੀ ਹੋ ਸਕਦਾ ਹੈ ਜਾਂ ਚਾਰਜ ਨਹੀਂ ਵੀ ਹੋ ਸਕਦਾ ਅਤੇ ਇਹ ਲੀਕ ਕਰਦਾ ਵੀ ਹੋ ਸਕਦਾ ਹੈ। ਇਸ ਕਰਕੇ ਇਸ ਦੇ ਚਾਰਜ ਨੂੰ ਬਰਕਰਾਰ ਰੱਖਣ ਲਈ ਇਸ ਨੂੰ ਬਾਰ-ਬਾਰ ਰੀਫਰੈਸ਼ ਕਰਨਾ ਪੈਂਦਾ ਹੈ, ਜਿਸ ਦੇ ਕਰਕੇ ਇਸ ਦੀ ਸਪੀਡ ਹੌਲੀ ਹੋ ਜਾਂਦੀ ਹੈ। ਸੋ ਡਾਇਨਾਮਿਕ ਰੈਮ ਵਿੱਚ ਪਿਆ ਡਾਟਾ ਬਿਜਲੀ ਬੰਦ ਹੋਣ ਨਾਲ ਨਸ਼ਟ ਹੋ ਜਾਂਦਾ ਹੈ। ਸੋ ਅੱਗੇ ਹੁਣ ਅਸੀਂ ਡਾਇਨਾਮਿਕ ਰੈਮ ਦੇ ਗੁਣ ਬਾਰੇ ਜਾਣਾਂਗੇ। ਇਸ ਦਾ ਪਹਿਲਾ ਗੁਣ ਹੈ ਡਾਇਨਾਮਿਕ ਰੈਮ ਘੱਟ ਸਮੇਂ ਤੱਕ ਚੱਲਦੀ ਹੈ। ਦੂਜਾ, ਡਾਇਨਾਮਿਕ ਰੈਮ ਵਿੱਚ ਡਾਟੇ ਨੂੰ ਬਰਕਰਾਰ ਰੱਖਣ ਲਈ ਬਾਰ-ਬਾਰ ਰਿਫਰੈਸ਼ ਦੀ ਲੋੜ ਪੈਂਦੀ ਹੈ। ਤੀਸਰਾ, ਸਟੈਟਿਕ ਰੈਮ ਦੀ ਤੁਲਨਾ ਵਿੱਚ ਡਾਇਨਾਮਿਕ ਰੈਮ ਹੌਲੀ ਹੁੰਦੀ ਹੈ। ਚੌਥਾ, ਡਾਇਨਾਮਿਕ ਰੈਮ ਨੂੰ ਸਧਾਰਨ ਰੈਮ ਵਾਂਗ ਵਰਤਿਆ ਜਾਂਦਾ ਹੈ। ਪੰਜਵਾਂ, ਡਾਇਨਾਮਿਕ ਰੈਮ ਦਾ ਆਕਾਰ ਛੋਟਾ ਹੁੰਦਾ ਹੈ। ਛੇਵਾਂ, ਡਾਇਨਾਮਿਕ ਰੈਮ ਘੱਟ ਮਹਿੰਗੀ ਹੁੰਦੀ ਹੈ ਅਤੇ ਇਹ ਬਿਜਲੀ ਦੀ ਖਪਤ ਵੀ ਘੱਟ ਕਰਦੀ ਹੈ। ਸੋ ਅੱਗੇ ਹੁਣ ਅਸੀਂ ਰੋਮ ਬਾਰੇ ਜਾਣ ਲੈਂਦੇ ਹਾਂ। ਸੋ ਰੋਮ ਦਾ ਪੂਰਾ ਨਾਮ ਹੈ ਰੀਡ ਓਨਲੀ ਮੈਮਰੀ ਹੈ ਅਤੇ ਇਸ ਮੈਮਰੀ ਵਿੱਚ ਮੌਜੂਦ ਡਾਟਾ ਅਤੇ ਹਦਾਇਤਾਂ ਪੱਕੇ ਤੌਰ ਤੇ ਸਟੋਰ ਰਹਿੰਦੇ ਹਨ। ਰੋਮ ਮੈਮਰੀ ਵਿੱਚ ਮੌਜੂਦ ਡਾਟੇ ਨੂੰ ਸਿਰਫ ਪੜ੍ਹਿਆ ਜਾ ਸਕਦਾ ਹੈ ਅਤੇ ਉਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਬਦਲਾਵ ਨਹੀਂ ਕੀਤਾ ਜਾ ਸਕਦਾ। ਸੋ ਰੋਮ ਚਿਪ ਇੱਕ ਨੌਨ ਵੋਲਾਟਾਈਲ ਮੈਮਰੀ ਹੈ, ਭਾਵ ਇਸ ਵਿੱਚ ਸਟੋਰ ਕੀਤਾ ਡਾਟਾ ਬਿਜਲੀ ਦੇ ਚਲੇ ਜਾਣ ਤੇ ਵੀ ਇਸ ਵਿੱਚ ਸੁਰੱਖਿਅਤ ਰਹਿੰਦਾ ਹੈ। ਸੋ ਅਸਲ ਵਿੱਚ ਰੋਮ ਚਿਪ ਨੂੰ ਬਣਾਉਂਦੇ ਸਮੇਂ ਹੀ ਇਸ ਵਿੱਚ ਜ਼ਰੂਰੀ ਪ੍ਰੋਗਰਾਮ ਅਤੇ ਸੂਚਨਾ ਸ਼ਾਮਲ ਕਰ ਦਿੱਤੀਆਂ ਜਾਂਦੀਆਂ ਹਨ। ਸੋ ਰੋਮ ਕੰਪਿਊਟਰ ਨੂੰ ਸ਼ੁਰੂ ਕਰਨ ਵਾਲੀਆਂ ਹਦਾਇਤਾਂ ਨੂੰ ਸਟੋਰ ਕਰਦੀ ਹੈ ਅਤੇ ਕੰਪਿਊਟਰ ਦੇ ਸ਼ੁਰੂ ਹੋਣ ਦੇ ਪ੍ਰੋਸੈਸ ਨੂੰ ਬੂਟ ਸਟ੍ਰੈਪ ਕਿਹਾ ਜਾਂਦਾ ਹੈ। ਰੋਮ ਚਿਪ ਦੀ ਵਰਤੋਂ ਕਈ ਤਰ੍ਹਾਂ ਦੇ ਇਲੈਕਟ੍ਰੋਨਿਕ ਯੰਤਰ ਜਿਵੇਂ ਕਿ ਕੈਲਕੂਲੇਟਰ, ਵਾਸ਼ਿੰਗ ਮਸ਼ੀਨ, ਵੀਡੀਓ ਗੇਮ, ਡਿਜੀਟਲ ਕੈਮਰਾ ਆਦਿ ਵਿੱਚ ਕੀਤੀ ਜਾਂਦੀ ਹੈ। ਸੋ ਰੋਮ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲੀ ਹੈ ਮਾਸਕਡ ਰੋਮ, ਦੂਸਰੀ ਪ੍ਰੋਗਰਾਮੇਬਲ ਰੋਮ, ਤੀਸਰੀ ਹੈ ਇਰੇਜ਼ੇਬਲ ਰੋਮ ਅਤੇ ਚੌਥੀ ਹੈ ਇਲੈਕਟ੍ਰੀਕਲ ਇਰੇਜ਼ੇਬਲ ਰੋਮ। ਸੋ ਇਹਨਾਂ ਬਾਰੇ ਹੁਣ ਅਸੀਂ ਇੱਕ ਕਰਕੇ ਜਾਣਦੇ ਹਾਂ, ਜਿਸ ਵਿੱਚ ਪਹਿਲੀ ਹੈ ਮਾਸਕਡ ਰੋਮ। ਸੋ ਪਹਿਲਾਂ ਦੇ ਰੋਮ ਹਾਰਡਵਾਇਰਡ ਉਪਕਰਨ ਹੁੰਦੇ ਸਨ, ਜਿਸ ਵਿੱਚ ਪਹਿਲਾਂ ਤੋਂ ਹੀ ਪ੍ਰੋਗਰਾਮ ਕੀਤੇ ਡਾਟਾ ਜਾਂ ਨਿਰਦੇਸ਼ ਹੁੰਦੇ ਸਨ। ਇਸ ਕਿਸਮ ਦੇ ਰੋਮ ਨੂੰ ਮਾਸਕਡ ਰੋਮ ਨਾਂ ਨਾਲ ਜਾਣਿਆ ਜਾਂਦਾ ਹੈ। ਸੋ ਮਾਸਕਡ ਰੋਮ ਮਹਿੰਗੀਆਂ ਹੁੰਦੀਆਂ ਹਨ। ਅੱਜ ਕੱਲ੍ਹ ਦੇ ਸਮੇਂ ਵਿੱਚ ਮਾਸਕਡ ਰੋਮ ਦੀ ਵਰਤੋਂ ਨਹੀਂ ਕੀਤੀ ਜਾਂਦੀ। ਦੂਸਰੀ ਸਾਡੇ ਕੋਲ ਇਸ ਕਿਸਮ ਹੈ ਪ੍ਰੋਗਰਾਮੇਬਲ ਰੋਮ। ਪ੍ਰੋਗਰਾਮੇਬਲ ਰੋਮ ਇੱਕ ਇਹੋ ਜਿਹੀ ਮੈਮਰੀ ਹੈ ਜਿਸ ਵਿੱਚ ਇੱਕ ਪ੍ਰੋਗਰਾਮ ਦੀ ਮਦਦ ਨਾਲ ਸੂਚਨਾਵਾਂ ਨੂੰ ਪੱਕੇ ਤੌਰ ਤੇ ਸਟੋਰ ਕੀਤਾ ਜਾ ਸਕਦਾ ਹੈ।
ਸੋ ਪ੍ਰੋਗਰਾਮੇਬਲ ROM ਪੜ੍ਹਨਯੋਗ ਮੈਮਰੀ ਹੈ ਜਿਸ ਵਿੱਚ ਸਿਰਫ ਇੱਕ ਵਾਰ ਹੀ ਬਦਲਾਵ ਕੀਤਾ ਜਾ ਸਕਦਾ ਹੈ। ਅਸੀਂ ਖਾਲੀ ਪ੍ਰੋਗਰਾਮੇਬਲ ROM ਚਿਪ ਖਰੀਦ ਕੇ PROM ਪ੍ਰੋਗਰਾਮਰ ਜਾਂ ਬਰਨਰ ਉਪਕਰਨ ਰਾਹੀਂ ਪ੍ਰੋਗਰਾਮੇਬਲ ROM ਚਿਪ ਵਿੱਚ ਹਾਈ ਵੋਲਟੇਜ ਪਲਸ ਰਾਹੀਂ ਸੂਚਨਾ ਲਿਖ ਸਕਦੇ ਹਾਂ। ਪ੍ਰੋਗਰਾਮੇਬਲ ROM ਵਿੱਚ ਸਿਰਫ ਇੱਕ ਵਾਰ ਹੀ ਪ੍ਰੋਗਰਾਮ ਰਾਹੀਂ ਡਾਟਾ ਭਰਿਆ ਜਾ ਸਕਦਾ ਹੈ। ਤੀਸਰੀ ਦੀ ਕਿਸਮ ਹੈ ਇਰੇਜ਼ੇਬਲ ਅਤੇ ਪ੍ਰੋਗਰਾਮੇਬਲ ROM। ਸੋ ਇਰੇਜ਼ੇਬਲ ਪ੍ਰੋਗਰਾਮੇਬਲ ROM ਇੱਕ ਇਹੋ ਜਿਹੀ ਮੈਮਰੀ ਹੈ ਜਿਸ ਨੂੰ ਮੁੜ ਤੋਂ ਪ੍ਰੋਗਰਾਮ ਕੀਤਾ ਜਾ ਸਕਦਾ ਹੈ ਅਤੇ ਸੂਚਨਾਵਾਂ ਨੂੰ ਸਟੋਰ ਕਰਨ ਲਈ ਇਲੈਕਟ੍ਰੀਕਲ ਚਾਰਜ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇਰੇਜ਼ੇਬਲ ਪ੍ਰੋਗਰਾਮੇਬਲ ROM ਚਿਪ ਵਿੱਚੋਂ ਸੂਚਨਾਵਾਂ ਨੂੰ ਮਿਟਾਉਣ ਲਈ ਅਲਟਰਾ ਵਾਇਲਟ ਕਿਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਰੇਜ਼ੇਬਲ ਪ੍ਰੋਗਰਾਮੇਬਲ ROM ਵਿੱਚ ਭਰੀ ਹੋਈ ਸੂਚਨਾ ਪੱਕੇ ਤੌਰ ਤੇ ਸਟੋਰ ਰਹਿੰਦੀ ਹੈ ਅਤੇ ਬਿਜਲੀ ਦੇ ਚਲੇ ਜਾਣ ਤੇ ਵੀ ਇਸ ਵਿੱਚ ਪਿਆ ਡਾਟਾ ਨਸ਼ਟ ਨਹੀਂ ਹੁੰਦਾ। ਸੋ ਚੌਥੀ ਦੀ ਕਿਸਮ ਹੈ ਇਲੈਕਟ੍ਰੀਕਲ ਇਰੇਜ਼ੇਬਲ ਅਤੇ ਪ੍ਰੋਗਰਾਮੇਬਲ ROM। ਸੋ ਇਲੈਕਟ੍ਰੀਕਲ ਇਰੇਜ਼ੇਬਲ ਪ੍ਰੋਗਰਾਮੇਬਲ ROM ਇੱਕ ਇਹੋ ਜਿਹੀ ਮੈਮਰੀ ਹੈ ਜਿਸ ਨੂੰ ਮੁੜ ਤੋਂ ਪ੍ਰੋਗਰਾਮ ਕਰਨ ਲਈ ਮਦਰਬੋਰਡ ਤੋਂ ਹਟਾਉਣ ਅਤੇ ਇਸ ਨੂੰ ਬਣਾਉਣ ਲਈ ਕੰਪਨੀ ਕੋਲ ਭੇਜਣ ਦੀ ਲੋੜ ਨਹੀਂ ਪੈਂਦੀ, ਬਲਕਿ ਅਸੀਂ ਇਸ ਨੂੰ ਇੱਕ ਵਿਸ਼ੇਸ਼ ਸੌਫਟਵੇਅਰ ਜਾਂ ਪ੍ਰੋਗਰਾਮ ਰਾਹੀਂ ਆਪਣੇ ਕੰਪਿਊਟਰ ਵਿੱਚ ਹੀ ਪ੍ਰੋਗਰਾਮ ਕਰ ਸਕਦੇ ਹਾਂ। ਇਸ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਦੁਬਾਰਾ ਤੋਂ ਪ੍ਰੋਗਰਾਮ ਕਰਨ ਲਈ ਇਸ ਵਿੱਚ ਮੌਜੂਦ ਸੂਚਨਾਵਾਂ ਨੂੰ ਮਿਟਾਉਣ ਦੀ ਲੋੜ ਨਹੀਂ ਪੈਂਦੀ। ਅਸੀਂ ਇੱਕ ਵਾਰ ਵਿੱਚ ਹੀ ਇਸ ਦੀ ਇੱਕ ਬਾਈਟ ਨੂੰ ਸਾਫ਼ ਕਰਕੇ ਮੁੜ ਲਿਖ ਸਕਦੇ ਹਾਂ। ਸੋ ਇਲੈਕਟ੍ਰੀਕਲ ਇਰੇਜ਼ੇਬਲ ਪ੍ਰੋਗਰਾਮੇਬਲ ROM ਵਿੱਚ ਮੌਜੂਦ ਸੂਚਨਾ 10,000 ਵਾਰ ਮਿਟਾਇਆ ਅਤੇ ਉਸ ਨੂੰ ਦੁਬਾਰਾ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਸੋ ਅੱਗੇ ਹੁਣ ਅਸੀਂ ROM ਦੇ ਲਾਭ ਬਾਰੇ ਜਾਣਾਂਗੇ। ਇਸ ਦਾ ਪਹਿਲਾ ਲਾਭ ਹੈ ROM ਨਾਨ ਵੋਲਾਟਾਈਲ ਕਿਸਮ ਦੀ ਮੈਮਰੀ ਹੈ। ROM ਵਿੱਚ ਸਟੋਰ ਡਾਟਾ ਕਿਸੇ ਦੁਰਘਟਨਾਵਸ਼ ਵੀ ਨਹੀਂ ਬਦਲ ਸਕਦਾ। RAM ਦੇ ਮੁਕਾਬਲੇ ROM ਮੈਮਰੀ ਸਸਤੀ ਹੁੰਦੀ ਹੈ। ਚੌਥਾ, RAM ਦੀ ਤੁਲਨਾ ਵਿੱਚ ROM ਮੈਮਰੀ ਜ਼ਿਆਦਾ ਭਰੋਸੇਯੋਗ ਹੁੰਦੀ ਹੈ। ਪੰਜਵਾਂ, ROM ਮੈਮਰੀ ਸਥਾਈ ਕਿਸਮ ਦੀ ਮੈਮਰੀ ਹੁੰਦੀ ਹੈ ਜਿਸ ਨੂੰ ਬਾਰ-ਬਾਰ ਰਿਫਰੈਸ਼ ਕਰਨ ਦੀ ਲੋੜ ਨਹੀਂ ਪੈਂਦੀ। ਅੱਗੇ ਹੁਣ ਅਸੀਂ ਬਾਹਰੀ ਮੈਮਰੀ ਬਾਰੇ ਜਾਣਾਂਗੇ। ਸੋ ਬਾਹਰੀ ਮੈਮਰੀ ਨੂੰ ਸੈਕੰਡਰੀ ਜਾਂ ਐਕਸਿਲਰੀ ਜਾਂ ਸਥਾਈ ਮੈਮਰੀ ਵੀ ਕਿਹਾ ਜਾਂਦਾ ਹੈ। ਕੰਪਿਊਟਰ ਦੀ ਮੁੱਖ ਮੈਮਰੀ ਬਹੁਤ ਮਹਿੰਗੀ ਹੋਣ ਅਤੇ ਬਿਜਲੀ ਬੰਦ ਕਰ ਦੇਣ ਤੇ ਉਸ ਵਿੱਚ ਮੌਜੂਦ ਜ਼ਿਆਦਾਤਰ ਸੂਚਨਾਵਾਂ ਮਿਟ ਜਾਣ ਕਰਕੇ ਅਤੇ ਇਸ ਵਿੱਚ ਡਾਟਾ ਸਥਾਈ ਤੌਰ ਤੇ ਸੇਵ ਨਾ ਹੋਣ ਕਰਕੇ ਬਾਹਰੀ ਮੈਮਰੀ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਬਾਹਰੀ ਮੈਮਰੀ ਪ੍ਰਾਇਮਰੀ ਮੈਮਰੀ ਦੇ ਮੁਕਾਬਲੇ ਬਹੁਤ ਸਸਤੀ ਅਤੇ ਇਸ ਦੀ ਡਾਟਾ ਸਟੋਰ ਕਰਨ ਦੀ ਸਮਰੱਥਾ ਵੀ ਬਹੁਤ ਜ਼ਿਆਦਾ ਹੁੰਦੀ ਹੈ। ਬਾਹਰੀ ਮੈਮਰੀ ਦੀ ਕਮੀ ਇਹ ਹੈ ਕਿ ਇਸ ਵਿੱਚ ਪ੍ਰਾਇਮਰੀ ਮੈਮਰੀ ਦੇ ਮੁਕਾਬਲੇ ਡਾਟਾ ਲਿਖਣ ਅਤੇ ਪੜ੍ਹਨ ਵਿੱਚ ਬਹੁਤ ਸਮਾਂ ਲੱਗਦਾ ਹੈ। ਸੋ ਬਾਹਰੀ ਮੈਮਰੀ ਦੀ ਵਰਤੋਂ ਇਹੋ ਜਿਹੀਆਂ ਸੂਚਨਾਵਾਂ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਜਿਸ ਨੂੰ ਲੰਮੇ ਸਮੇਂ ਤੱਕ ਸੁਰੱਖਿਅਤ ਰੱਖਣਾ ਹੋਵੇ ਅਤੇ ਇਸ ਦੀ ਲਗਾਤਾਰ ਲੋੜ ਨਾ ਮਹਿਸੂਸ ਹੁੰਦੀ ਹੋਵੇ। ਸੋ ਬਾਹਰੀ ਮੈਮਰੀ ਨੂੰ ਆਪਣੀ ਲੋੜ ਅਨੁਸਾਰ ਕਿਸੇ ਵੀ ਸੀਮਾ ਤੱਕ ਵਧਾਇਆ ਜਾ ਸਕਦਾ ਹੈ ਅਤੇ ਇਸ ਮੈਮਰੀ ਦੀ ਵਰਤੋਂ ਅਸੀਂ ਆਪਣੇ ਕੰਪਿਊਟਰ ਦੇ ਬੈਕਅਪ ਲੈਣ ਲਈ ਵੀ ਕਰ ਸਕਦੇ ਹਾਂ। ਸੋ ਅੱਗੇ ਅਸੀਂ ਸੈਕੰਡਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣ ਲੈਂਦੇ ਹਾਂ। ਸੋ ਇਸ ਦੀ ਪਹਿਲੀ ਵਿਸ਼ੇਸ਼ਤਾ ਹੈ ਸੈਕੰਡਰੀ ਮੈਮਰੀ ਮੈਗਨੈਟਿਕ ਅਤੇ ਆਪਟੀਕਲ ਕਿਸਮ ਦੀ ਹੁੰਦੀ ਹੈ। ਸੈਕੰਡਰੀ ਮੈਮਰੀ ਵਿੱਚ ਡਾਟਾ ਪੱਕੇ ਤੌਰ ਤੇ ਉਸ ਸਮੇਂ ਤੱਕ ਸਟੋਰ ਰਹਿੰਦਾ ਹੈ ਜਦੋਂ ਤੱਕ ਕਿ ਉਸ ਉੱਪਰ ਕੁਝ ਹੋਰ ਨਾ ਲਿਖਿਆ ਜਾਵੇ ਜਾਂ ਇਸ ਨੂੰ ਯੂਜ਼ਰ ਦੁਆਰਾ ਮਿਟਾਇਆ ਨਾ ਜਾਵੇ। ਤੀਸਰਾ ਇਸ ਦਾ ਪੁਆਇੰਟ ਹੈ ਸੈਕੰਡਰੀ ਮੈਮਰੀ ਵਿੱਚ ਡਾਟਾ ਬਿਜਲੀ ਬੰਦ ਹੋਣ ਤੇ ਵੀ ਪੱਕੇ ਤੌਰ ਤੇ ਸਟੋਰ ਰਹਿੰਦਾ ਹੈ। ਸੈਕੰਡਰੀ ਸਟੋਰੇਜ ਯੰਤਰਾਂ ਦੀ ਉੱਚ ਭੌਤਿਕ ਸਥਿਰਤਾ ਕਾਰਨ ਇਹਨਾਂ ਵਿੱਚ ਡਾਟਾ ਸੁਰੱਖਿਅਤ ਰਹਿੰਦਾ ਹੈ। ਕੰਪਿਊਟਰ ਸੌਫਟਵੇਅਰ ਦੀ ਵਰਤੋਂ ਨਾਲ ਅਧਿਕਾਰਤ ਯੂਜ਼ਰ ਡਾਟਾ ਨੂੰ ਜਲਦੀ ਲੱਭ ਸਕਦੇ ਹਨ ਅਤੇ ਇਸ ਦੀ ਵਰਤੋਂ ਕਰ ਸਕਦੇ ਹਨ। ਸੋ ਸੈਕੰਡਰੀ ਸਟੋਰੇਜ ਬਹੁਗਿਣਤੀ ਡਿਸਕਾਂ ਦੇ ਸੈੱਟਾਂ ਵਿੱਚ ਬਹੁਤ ਸਾਰਾ ਡਾਟਾ ਸਟੋਰ ਕਰ ਸਕਦੀ ਹੈ। ਪ੍ਰਾਇਮਰੀ ਮੈਮਰੀ ਦੇ ਮੁਕਾਬਲੇ ਮੈਗਨੈਟਿਕ ਟੇਪ ਜਾਂ ਡਿਸਕ ਉੱਤੇ ਡਾਟਾ ਨੂੰ ਸਟੋਰ ਕਰਨਾ ਕਾਫੀ ਸਸਤਾ ਹੁੰਦਾ ਹੈ। ਕੰਪਿਊਟਰ ਸੈਕੰਡਰੀ ਮੈਮਰੀ ਤੋਂ ਬਿਨਾਂ ਨਹੀਂ ਚੱਲ ਸਕਦਾ। ਸੈਕੰਡਰੀ ਮੈਮਰੀ ਦੀ ਰਫ਼ਤਾਰ ਪ੍ਰਾਇਮਰੀ ਮੈਮਰੀ ਨਾਲੋਂ ਘੱਟ ਹੁੰਦੀ ਹੈ। ਸੋ ਅੱਗੇ ਹੁਣ ਅਸੀਂ ਸੈਕੰਡਰੀ ਮੈਮਰੀ ਦੀ ਕਿਸਮਾਂ ਬਾਰੇ ਜਾਣ ਲੈਂਦੇ ਹਾਂ। ਸੋ ਸੈਕੰਡਰੀ ਮੈਮਰੀ ਦੀ ਪਹਿਲੀ ਕਿਸਮ ਹੈ ਲੜੀਵਾਰ ਐਕਸੈਸ ਉਪਕਰਨ ਅਤੇ ਦੂਸਰੀ ਕਿਸਮ ਹੈ ਡਾਇਰੈਕਟ ਐਕਸੈਸ ਉਪਕਰਨ। ਸਭ ਤੋਂ ਪਹਿਲਾਂ ਅਸੀਂ ਲੜੀਵਾਰ ਐਕਸੈਸ ਉਪਕਰਨ ਬਾਰੇ ਜਾਣ ਲੈਂਦੇ ਹਾਂ। ਸੋ ਲੜੀਵਾਰ ਐਕਸੈਸ ਉਪਕਰਨ ਸਟੋਰੇਜ ਯੰਤਰਾਂ ਵਿੱਚ ਡਾਟਾ ਤੱਕ ਉਸੇ ਲੜੀ ਅਨੁਸਾਰ ਹੀ ਪਹੁੰਚ ਕੀਤੀ ਜਾ ਸਕਦੀ ਹੈ ਜਿਸ ਲੜੀ ਵਿੱਚ ਡਾਟੇ ਨੂੰ ਸਟੋਰ ਕੀਤਾ ਗਿਆ ਹੁੰਦਾ ਹੈ।
ਲੜੀਵਾਰ ਐਕਸੈਸ ਉਪਕਰਨ ਦੀ ਵਰਤੋਂ ਉਹਨਾਂ ਪ੍ਰੋਸੈਸਿੰਗ ਉਪਕਰਨਾਂ ਲਈ ਕੀਤੀ ਜਾਂਦੀ ਹੈ ਜਿੱਥੇ ਲੜੀਵਾਰ ਡਾਟਾ ਪ੍ਰੋਸੈਸ ਕਰਨ ਦੀ ਲੋੜ ਹੁੰਦੀ ਹੈ। ਸੋ ਲੜੀਵਾਰ ਐਕਸੈਸ ਉਪਕਰਨ ਦੀ ਉਦਾਹਰਣ ਮੈਗਨੈਟਿਕ ਟੇਪ ਹੈ, ਜਿਸ ਦੀ ਡਾਟਾ ਸਟੋਰ ਕਰਨ ਦੀ ਸਮਰੱਥਾ ਟੇਪ ਦੀ ਲੰਬਾਈ ਤੇ ਨਿਰਭਰ ਕਰਦੀ ਹੈ ਅਤੇ ਇਸ ਦੀ ਸਮਰੱਥਾ ਨੂੰ ਬਾਈਟ ਪ੍ਰਤੀ ਇੰਚ ਵਿੱਚ ਮਾਪਿਆ ਜਾਂਦਾ ਹੈ। ਦੂਸਰੀ ਇਸ ਦੀ ਕਿਸਮ ਹੈ ਡਾਇਰੈਕਟ ਐਕਸੈਸ ਉਪਕਰਨ। ਸੋ ਡਾਇਰੈਕਟ ਐਕਸੈਸ ਉਪਕਰਨ ਸਟੋਰੇਜ ਯੰਤਰਾਂ ਵਿੱਚ ਕਿਸੇ ਵੀ ਸਟੋਰੇਜ ਖੇਤਰ ਵਿੱਚ ਡਾਟੇ ਨੂੰ ਚੁਣਿਆ ਜਾਂ ਉਸ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਡਾਇਰੈਕਟ ਐਕਸੈਸ ਉਪਕਰਨ ਆਨਲਾਈਨ ਟਿਕਟ ਬੁਕਿੰਗ ਜਾਂ ਆਨਲਾਈਨ ਬੈਂਕਿੰਗ ਜਿੱਥੇ ਡਾਇਰੈਕਟ ਪ੍ਰੋਸੈਸਿੰਗ ਦੀ ਲੋੜ ਹੁੰਦੀ ਹੈ ਲਈ ਵਧੇਰੇ ਲਾਹੇਵੰਦ ਹੁੰਦੇ ਹਨ। ਸੋ ਮੈਗਨੇਟਿਕ ਡਿਸਕ, ਆਪਟੀਕਲ ਡਿਸਕ, ਮੈਗਨੇਟੋ ਆਪਟੀਕਲ ਡਿਸਕ ਡਾਇਰੈਕਟ ਐਕਸੈਸ ਉਪਕਰਨ ਦੀਆਂ ਕੁਝ ਮੁੱਖ ਉਦਾਹਰਨਾਂ ਹਨ। ਸੋ ਅੱਗੇ ਹੁਣ ਅਸੀਂ ਡਾਇਰੈਕਟ ਐਕਸੈਸ ਉਪਕਰਨ ਦੀਆਂ ਵੀ ਕਿਸਮਾਂ ਬਾਰੇ ਜਾਣ ਲੈਂਦੇ ਹਾਂ। ਇਸ ਦੀ ਪਹਿਲੀ ਕਿਸਮ ਹੈ ਮੈਗਨੇਟਿਕ ਡਿਸਕ ਅਤੇ ਦੂਸਰੀ ਕਿਸਮ ਹੈ ਆਪਟੀਕਲ ਡਿਸਕ ਅਤੇ ਤੀਸਰੀ ਕਿਸਮ ਹੈ ਮੈਮਰੀ ਸਟੋਰੇਜ ਯੰਤਰ। ਸੋ ਅੱਗੇ ਅਸੀਂ ਮੈਗਨੇਟਿਕ ਡਿਸਕ ਦੀ ਵੀ ਅੱਗੇ ਕਿਸਮਾਂ ਬਾਰੇ ਜਾਣਾਂਗੇ। ਮੈਗਨੇਟਿਕ ਡਿਸਕ ਦੀ ਅੱਗੇ ਉਦਾਹਰਨਾਂ ਨੇ ਫਲੋਪੀ ਡਿਸਕ ਅਤੇ ਹਾਰਡ ਡਿਸਕ। ਸੋ ਆਪਟੀਕਲ ਡਿਸਕ ਦੀਆਂ ਵੀ ਸਾਡੇ ਕੋਲ ਅੱਗੇ ਉਦਾਹਰਨਾਂ ਨੇ, ਜਿਸ ਵਿੱਚ ਪਹਿਲੀ ਹੈ CD-ROM, CDR ਦਾ ਮਤਲਬ ਹੈ ਰੀਡੇਬਲ। ਤੀਸਰੀ ਸਾਡੇ ਕੋਲ ਜੀ ਉਦਾਹਰਨ ਹੈ CDRW ਯਾਨੀ ਕਿ CD ਰੀਰਾਈਟੇਬਲ। ਉਸ ਤੋਂ ਬਾਅਦ ਮੈਮਰੀ ਸਟੋਰੇਜ ਯੰਤਰ ਦੀ ਵੀ ਅੱਗੇ ਸਾਡੇ ਕੋਲ ਉਦਾਹਰਨਾਂ ਨੇ। ਇਸ ਦੀ ਪਹਿਲੀ ਉਦਾਹਰਨ ਹੈ ਫਲੈਸ਼ ਡਰਾਈਵ ਅਤੇ ਦੂਸਰੀ ਇਸ ਦੀ ਉਦਾਹਰਨ ਹੈ ਮੈਮਰੀ ਕਾਰਡ। ਅੱਗੇ ਹੁਣ ਅਸੀਂ ਮੈਗਨੇਟਿਕ ਡਿਸਕ ਦੀ ਭੌਤਿਕ ਬਣਤਰ ਬਾਰੇ ਜਾਣਾਂਗੇ। ਸੋ ਮੈਗਨੇਟਿਕ ਡਿਸਕ ਇੱਕ ਨੌਨ ਵੋਲਾਟਾਈਲ ਸਟੋਰੇਜ ਹੈ ਜਿਸ ਵਿੱਚ ਡਾਟੇ ਨੂੰ ਪੱਕੇ ਤੌਰ ਤੇ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਮੈਗਨੇਟਿਕ ਡਿਸਕ ਇੱਕ ਸੈਕੰਡਰੀ ਸਟੋਰੇਜ ਯੰਤਰ ਹੈ ਜਿਸ ਵਿੱਚ ਸਟੋਰ ਡਾਟੇ ਨੂੰ ਲੜੀਵਾਰ ਅਤੇ ਡਾਇਰੈਕਟ ਪ੍ਰਾਪਤ ਕੀਤਾ ਜਾ ਸਕਦਾ ਹੈ। ਮੈਗਨੇਟਿਕ ਡਿਸਕ ਵਿੱਚ ਪਲੇਟਰ ਲੱਗੇ ਹੁੰਦੇ ਹਨ ਜੋ ਕਿ CD ਵਾਂਗ ਦਿਖਾਈ ਦਿੰਦੇ ਹਨ। ਹਰੇਕ ਪਲੇਟਰ ਦਾ ਵਿਆਸ 1.8 ਤੋਂ 5.3 ਇੰਚ ਤੱਕ ਹੋ ਸਕਦਾ ਹੈ ਅਤੇ ਇਹਨਾਂ ਦੀ ਸਟੋਰੇਜ ਸਮਰੱਥਾ ਦੇ ਅਨੁਸਾਰ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਸੋ ਇੱਕ ਚੁੰਬਕੀ ਡਿਸਕ ਨੂੰ ਟਰੈਕ ਅਤੇ ਸੈਕਟਰ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਟਰੈਕਸ ਬਾਰੇ ਜਾਣਾਂਗੇ। ਇੱਕ ਡਿਸਕ ਦੀ ਸਤਹ ਨੂੰ ਬਹੁਤ ਸਾਰੇ ਨਾ ਦਿਖਣ ਵਾਲੇ ਕੇਂਦਰੀ ਚੱਕਰਾਂ ਵਿੱਚ ਵੰਡਿਆ ਜਾਂਦਾ ਹੈ ਜਿਸ ਨੂੰ ਟਰੈਕ ਕਿਹਾ ਜਾਂਦਾ ਹੈ। ਜਿਵੇਂ ਤੁਸੀਂ ਸੱਜੇ ਚਿੱਤਰ ਵਿੱਚ ਜਿਹੜੀ ਪੀਲੇ ਰੰਗ ਦਾ ਸਰਕਲ ਦੇਖ ਰਹੇ ਹੋ, ਤਾਂ ਇਹ ਜਿਹੜਾ ਪੀਲੇ ਰੰਗ ਦਾ ਜਿਹੜਾ ਸਰਕਲ ਆ ਇਹ ਸਾਨੂੰ ਇੱਕ ਟਰੈਕ ਨੂੰ ਦਰਸਾ ਰਿਹਾ ਹੈ। ਇਸੇ ਤਰ੍ਹਾਂ ਦੇ ਨਾਲ ਇਸ ਚਿੱਤਰ ਵਿੱਚ ਕਾਫੀ ਸਾਰੇ ਗੋਲ ਟਰੈਕਸ ਹੈ, ਸਰਕਲ ਹੈ, ਇਹ ਸਾਰਿਆਂ ਨੂੰ ਅਸੀਂ ਟਰੈਕ ਕਹਾਂਗੇ। ਸੋ ਇਹਨਾਂ ਟਰੈਕ ਨੂੰ ਬਾਹਰੀ ਟਰੈਕ ਤੋਂ ਅੰਦਰ ਵੱਲ ਨੂੰ 0 ਤੋਂ ਸ਼ੁਰੂ ਕਰਦਿਆਂ ਇੱਕ ਨੰਬਰ ਦਿੱਤਾ ਜਾਂਦਾ ਹੈ। ਸੋ ਇੱਕ ਡਿਸਕ ਉੱਪਰ ਟਰੈਕ ਦੀ ਗਿਣਤੀ ਡਿਸਕ ਦੀ ਸਮਰੱਥਾ ਦੇ ਅਨੁਸਾਰ ਵੱਖ-ਵੱਖ ਹੋ ਸਕਦੀ ਹੈ। ਸੋ ਅੱਗੇ ਸਾਡੇ ਕੋਲ ਹੈ ਸੈਕਟਰ। ਸੋ ਇੱਕ ਡਿਸਕ ਦਾ ਹਰੇਕ ਟਰੈਕ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਜਿਸ ਨੂੰ ਸੈਕਟਰ ਕਿਹਾ ਜਾਂਦਾ ਹੈ। ਜਿਵੇਂ ਤੁਸੀਂ ਸੱਜੇ ਚਿੱਤਰ ਵਿੱਚ ਜਿਹੜਾ ਨੀਲੇ ਰੰਗ ਦਾ ਛੋਟਾ ਜਿਹਾ ਬਾਕਸ ਦੇਖ ਰਹੇ ਹੋ ਉਹ ਇੱਕ ਛੋਟੇ ਸੈਕਟਰ ਨੂੰ ਦਰਸਾ ਰਿਹਾ ਹੈ। ਉਸੇ ਤਰ੍ਹਾਂ ਦੇ ਨਾਲ ਇੱਕ ਟਰੈਕ ਵਿੱਚ ਕਾਫੀ ਛੋਟੇ ਸੈਕਟਰ ਹੋ ਸਕਦੇ ਨੇ। ਸੋ ਇੱਕ ਡਿਸਕ ਦੇ ਹਰੇਕ ਟਰੈਕ ਵਿੱਚ 8 ਜਾਂ ਵਧੇਰੇ ਸੈਕਟਰ ਹੋ ਸਕਦੇ ਹਨ। ਸੋ ਇੱਕ ਸੈਕਟਰ ਵਿੱਚ ਆਮ ਤੌਰ ਤੇ 512 ਬਾਈਟ ਹੁੰਦੇ ਹਨ। ਕਿਸੇ ਵੀ ਡਿਸਕ ਦੀ ਸਟੋਰੇਜ ਸਮਰੱਥਾ ਪਤਾ ਕਰਨ ਦਾ ਫਾਰਮੂਲਾ ਸਾਡੇ ਕੋਲ ਹੈ। ਸਭ ਤੋਂ ਪਹਿਲਾਂ ਸਟੋਰੇਜ ਸਮਰੱਥਾ ਬਰਾਬਰ ਕੁੱਲ ਸਤਹ ਗੁਣਾ ਪ੍ਰਤੀ ਸਤਹ ਟਰੈਕ ਦੀ ਗਿਣਤੀ ਗੁਣਾ ਪ੍ਰਤੀ ਟਰੈਕ ਸੈਕਟਰ ਦੀ ਗਿਣਤੀ ਗੁਣਾ ਪ੍ਰਤੀ ਸੈਕਟਰ ਬਾਈਟ ਦੀ ਗਿਣਤੀ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਇੱਕ ਡਿਸਕ ਦੀ ਜਿਹੜੀ ਸਟੋਰੇਜ ਸਮਰੱਥਾ ਹੈ ਉਸ ਦਾ ਪਤਾ ਲਗਾ ਸਕਦੇ ਹਾਂ। ਜੇ ਹੁਣ ਅਸੀਂ ਮੈਮਰੀ ਯੂਨਿਟ ਪਾਰਟ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਖਾਲੀ ਥਾਂ ਭਰੋ। ਪਹਿਲੀ ਖਾਲੀ ਥਾਂ ਡੈਸ਼ ਬਿਟਸ ਦੇ ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ 8, 16, 32 ਜਾਂ 64। ਸਾਡੇ ਕੋਲ ਇਸ ਦਾ ਸਹੀ ਉੱਤਰ 8 ਬਿਟ ਦੇ ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ। ਦੂਸਰੀ ਸਾਡੇ ਕੋਲ ਖਾਲੀ ਥਾਂ ਹੈ 1 ਬਿਟ ਜਾਂ ਬਾਈਨਰੀ ਡਿਜਿਟ ਨੂੰ ਲੌਜੀਕਲ ਡੈਸ਼ ਅਤੇ ਡੈਸ਼ ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਨੇ 01, 00, 0, 12 ਜਾਂ 11। ਸਾਡੇ ਕੋਲ ਸਹੀ ਉੱਤਰ ਹੈ 1 ਬਿਟ ਜਾਂ ਬਾਈਨਰੀ ਡਿਜਿਟ ਨੂੰ ਲੌਜੀਕਲ 0 ਅਤੇ 1 ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਤੀਸਰੀ ਸਾਡੇ ਕੋਲ ਖਾਲੀ ਥਾਂ ਹੈ ਰੈਮ ਦਾ ਅਰਥ ਹੈ ਡੈਸ਼। ਸਾਡੇ ਕੋਲ ਇਹਦੇ ਆਪਸ਼ਨ ਹੈ ਰੀਡ ਐਕਸੈਸ ਮੈਮਰੀ, ਰੈਂਡਮ ਐਕਸੈਸ ਮੈਮਰੀ, ਉਪਰੋਕਤ ਦੋਵੇਂ
ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਜੋ ਸਹੀ ਉੱਤਰ ਹੈ ਰੈਮ ਦਾ ਅਰਥ ਹੈ ਰੈਂਡਮ ਐਕਸੈਸ ਮੈਮਰੀ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਰੋਮ ਦਾ ਅਰਥ ਹੈ ਡੈਸ਼। ਸਾਡੇ ਕੋਲ ਇਹਦੇ ਆਪਸ਼ਨ ਨੇ ਰੀਡ ਓਨਲੀ ਮੈਮਰੀ, ਰੈਂਡਮ ਓਨਲੀ ਮੈਮਰੀ, ਰੀਡ ਓਪਨ ਮੈਮਰੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਰੋਮ ਦਾ ਅਰਥ ਹੈ ਰੀਡ ਓਨਲੀ ਮੈਮਰੀ। ਅੱਗੇ ਪੰਜਵੀਂ ਸਾਡੇ ਕੋਲ ਖਾਲੀ ਥਾਂ ਹੈ ਡਿਸਕ ਦਾ ਹਰੇਕ ਟਰੈਕ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੂੰ ਡੈਸ਼ ਵਜੋਂ ਜਾਣਿਆ ਜਾਂਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਨੇ ਸੈਕਟਰ, ਖੇਤਰ, ਸੈੱਲ ਜਾਂ ਟੇਪ। ਸਾਡੇ ਕੋਲ ਸਹੀ ਉੱਤਰ ਹੈ ਡਿਸਕ ਦਾ ਹਰੇਕ ਟਰੈਕ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੂੰ ਸੈਕਟਰ ਵਜੋਂ ਜਾਣਿਆ ਜਾਂਦਾ ਹੈ। ਅੱਗੇ ਸਾਡੇ ਕੋਲ ਹੈ ਪੂਰੇ ਰੂਪ ਲਿਖੋ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ MB, MB ਦਾ ਪੂਰਾ ਨਾਮ ਹੈ ਮੈਗਾਬਾਈਟ। ਦੂਸਰਾ ਸਾਡੇ ਕੋਲ ਹੈ GB, GB ਦਾ ਪੂਰਾ ਨਾਮ ਹੈ ਗੀਗਾਬਾਈਟ। ਤੀਸਰਾ ਸਾਡੇ ਕੋਲ ਹੈ SRAM, SRAM ਦਾ ਪੂਰਾ ਨਾਮ ਹੈ ਸਟੈਟਿਕ ਰੈਂਡਮ ਐਕਸੈਸ ਮੈਮਰੀ। ਚੌਥਾ ਸਾਡੇ ਕੋਲ ਹੈ PROM, PROM ਦਾ ਪੂਰਾ ਨਾਮ ਹੈ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਪੰਜਵਾਂ ਸਾਡੇ ਕੋਲ ਹੈ IR, IR ਦਾ ਪੂਰਾ ਨਾਮ ਹੈ ਇੰਸਟਰਕਸ਼ਨ ਰਜਿਸਟਰ। ਸੋ ਹੁਣ ਅਸੀਂ ਛੋਟੇ ਉੱਤਰ ਵਾਲੇ ਪ੍ਰਸ਼ਨ ਪੜਾਂਗੇ, ਜਿਸ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਮੈਮਰੀ ਕੀ ਹੈ। ਸੋ ਕੰਪਿਊਟਰ ਦੀ ਯਾਦਾਸ਼ਤ ਮਨੁੱਖੀ ਦਿਮਾਗ ਵਰਗੀ ਹੈ। ਇਹ ਕੰਪਿਊਟਰ ਦਾ ਸਟੋਰੇਜ ਖੇਤਰ ਹੈ ਜਿਸ ਵਿੱਚ ਡਾਟਾ ਅਤੇ ਨਿਰਦੇਸ਼ਾਂ ਨੂੰ ਸਟੋਰ ਕੀਤਾ ਜਾਂਦਾ ਹੈ। ਕੰਪਿਊਟਰ ਮੈਮਰੀ ਨੂੰ ਕਈ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਜਿਸ ਨੂੰ ਸੈੱਲ ਕਹਿੰਦੇ ਹਨ। ਹਰੇਕ ਸੈੱਲ ਦਾ ਇੱਕ ਵਿਲੱਖਣ ਮੈਮਰੀ ਪਤਾ ਹੁੰਦਾ ਹੈ। ਦੂਸਰਾ ਸਾਡੇ ਕੋਲ ਪ੍ਰਸ਼ਨ ਹੈ ਵੱਖ-ਵੱਖ ਕਿਸਮਾਂ ਦੀਆਂ ਮੈਮਰੀ ਦੇ ਨਾਂ ਲਿਖੋ। ਸੋ ਮੈਮਰੀ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਸ ਵਿੱਚ ਪਹਿਲਾ ਹੈ ਅੰਦਰੂਨੀ ਮੈਮਰੀ ਅਤੇ ਦੂਸਰਾ ਬਾਹਰੀ ਮੈਮਰੀ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਪ੍ਰਾਇਮਰੀ ਮੈਮਰੀ ਕੀ ਹੈ। ਸੋ ਪ੍ਰਾਇਮਰੀ ਮੈਮਰੀ ਉਹ ਮੈਮਰੀ ਹੁੰਦੀ ਹੈ ਜਿਸ ਤੱਕ CPU ਦੀ ਸਿੱਧੀ ਪਹੁੰਚ ਹੁੰਦੀ ਹੈ। ਕੰਪਿਊਟਰ ਇਸ ਮੈਮਰੀ ਤੋਂ ਬਿਨਾਂ ਸਟਾਰਟ ਨਹੀਂ ਹੋ ਸਕਦਾ। ਇਹ ਮੈਮਰੀ ਕੰਪਿਊਟਰ ਦੇ ਮਦਰਬੋਰਡ ਉੱਪਰ CPU ਦੇ ਨੇੜੇ ਸਥਿਤ ਹੁੰਦੀ ਹੈ। CPU ਬਹੁਤ ਤੇਜ਼ੀ ਨਾਲ ਇਹਨਾਂ ਮੈਮਰੀ ਵਿੱਚੋਂ ਡਾਟਾ ਪੜ੍ਹ ਸਕਦਾ ਹੈ। ਇਹ ਮੈਮਰੀ ਸੈਕੰਡਰੀ ਮੈਮਰੀ ਨਾਲੋਂ ਤੇਜ਼ ਪਰੰਤੂ ਰਜਿਸਟਰ ਅਤੇ ਕੈਸ਼ ਮੈਮਰੀ ਨਾਲੋਂ ਹੌਲੀ ਹੁੰਦੀ ਹੈ। ਪ੍ਰਾਇਮਰੀ ਮੈਮਰੀ ਦੋ ਕਿਸਮਾਂ RAM ਅਤੇ ROM ਹੁੰਦੀਆਂ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ROM ਦੀਆਂ ਵੱਖ-ਵੱਖ ਕਿਸਮਾਂ ਦੇ ਨਾਮ ਲਿਖੋ। ਸੋ ROM ਦੀ ਸਾਡੇ ਕੋਲ ਵੱਖ-ਵੱਖ ਕਿਸਮਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਮਾਸਕਡ ROM, ਦੂਸਰੀ ਪ੍ਰੋਗਰਾਮੇਬਲ ROM, ਤੀਸਰੀ ਇਰੇਜ਼ੇਬਲ ਅਤੇ ਪ੍ਰੋਗਰਾਮੇਬਲ ROM ਅਤੇ ਚੌਥਾ ਇਲੈਕਟ੍ਰੀਕਲੀ ਇਰੇਜ਼ੇਬਲ ਅਤੇ ਪ੍ਰੋਗਰਾਮੇਬਲ ROM। ਸੋ ਅੱਗੇ ਹੁਣ ਅਸੀਂ ਇਸ ਪਾਠ ਦੇ ਵੱਡੇ ਉਤਾਰ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ROM ਅਤੇ RAM ਦਾ ਵਰਣਨ ਕਰੋ। ਸਭ ਤੋਂ ਪਹਿਲਾਂ ਅਸੀਂ RAM ਬਾਰੇ ਜਾਣਾਂਗੇ। ਸੋ RAM ਅਸਥਿਰ ਮੈਮਰੀ ਹੈ, ਜਿਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਆਪਣੇ ਕੰਪਿਊਟਰ ਨੂੰ ਮੁੜ ਚਾਲੂ ਜਾਂ ਬੰਦ ਕਰਦੇ ਹੋ ਤਾਂ ਮੋਡਿਊਲ ਵਿੱਚ ਅਸਥਾਈ ਤੌਰ ਤੇ ਸਟੋਰ ਕੀਤੀ ਜਾਣਕਾਰੀ ਮਿਟ ਜਾਂਦੀ ਹੈ, ਕਿਉਂਕਿ ਜਾਣਕਾਰੀ ਟਰਾਂਜ਼ਿਸਟਰਾਂ ਤੇ ਇਲੈਕਟ੍ਰਿਕ ਤੌਰ ਤੇ ਸਟੋਰ ਕੀਤੀ ਜਾਂਦੀ ਹੈ। ਜਦੋਂ ਕੋਈ ਇਲੈਕਟ੍ਰਿਕ ਕਰੰਟ ਨਹੀਂ ਹੁੰਦਾ ਤਾਂ ਡਾਟਾ ਗਾਇਬ ਹੋ ਜਾਂਦਾ ਹੈ। ਹਰ ਵਾਰ ਜਦੋਂ ਤੁਸੀਂ ਕਿਸੇ ਫਾਈਲ ਜਾਂ ਜਾਣਕਾਰੀ ਲਈ ਬੇਨਤੀ ਕਰਦੇ ਹੋ ਤਾਂ ਇਹ ਕੰਪਿਊਟਰ ਦੀ ਸਟੋਰੇਜ ਡਿਸਕ ਜਾਂ ਇੰਟਰਨੈਟ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਡਾਟਾ RAM ਵਿੱਚ ਸਟੋਰ ਕੀਤਾ ਜਾਂਦਾ ਹੈ, ਇਸ ਲਈ ਹਰ ਵਾਰ ਜਦੋਂ ਤੁਸੀਂ ਇੱਕ ਪ੍ਰੋਗਰਾਮ ਜਾਂ ਪੰਨੇ ਤੋਂ ਦੂਜੇ ਪੰਨੇ ਤੇ ਸਵਿਚ ਕਰਦੇ ਹੋ ਤਾਂ ਜਾਣਕਾਰੀ ਤੁਰੰਤ ਉਪਲਬਧ ਹੋ ਜਾਂਦੀ ਹੈ। ਜਦੋਂ ਕੰਪਿਊਟਰ ਬੰਦ ਹੋ ਜਾਂਦਾ ਹੈ ਤਾਂ ਮੈਮਰੀ ਉਦੋਂ ਤੱਕ ਸਾਫ਼ ਹੋ ਜਾਂਦੀ ਹੈ ਜਦੋਂ ਤੱਕ ਪ੍ਰਕਿਰਿਆ ਦੁਬਾਰਾ ਸ਼ੁਰੂ ਨਹੀਂ ਹੁੰਦੀ। ਅਸਥਿਰ ਮੈਮਰੀ ਨੂੰ ਉਪਭੋਗਤਾਵਾਂ ਦੁਆਰਾ ਆਸਾਨੀ ਨਾਲ ਬਦਲਿਆ, ਅਪਗ੍ਰੇਡ ਜਾਂ ਫੈਲਾਇਆ ਜਾ ਸਕਦਾ ਹੈ। ਦੂਸਰੀ ਸਾਡੇ ਕੋਲ ਕਿਸਮ ਹੈ ROM। ROM ਸਥਿਰ ਮੈਮਰੀ ਹੈ, ਜਿਸ ਦਾ ਮਤਲਬ ਹੈ ਕਿ ਜਾਣਕਾਰੀ ਨੂੰ ਸਥਾਈ ਤੌਰ ਤੇ ਜਾਂ ਪੱਕੇ ਤੌਰ ਤੇ ਚਿਪ ਤੇ ਸਟੋਰ ਕੀਤਾ ਜਾਂਦਾ ਹੈ। ਮੈਮਰੀ ਡਾਟਾ ਨੂੰ ਬਚਾਉਣ ਲਈ ਇੱਕ ਇਲੈਕਟ੍ਰਿਕ ਕਰੰਟ ਤੇ ਨਿਰਭਰ ਨਹੀਂ ਕਰਦੀ। ਇਸ ਦੀ ਬਜਾਏ ਬਾਈਨਰੀ ਕੋਡ ਦੀ ਵਰਤੋਂ ਕਰਕੇ ਡਾਟਾ ਨੂੰ ਵਿਅਕਤੀਗਤ ਸੈੱਲਾਂ ਵਿੱਚ ਲਿਖਿਆ ਜਾਂਦਾ ਹੈ। ਸਥਿਰ ਮੈਮਰੀ ਕੰਪਿਊਟਰ ਦੇ ਉਹਨਾਂ ਹਿੱਸਿਆਂ ਲਈ ਵਰਤੀ ਜਾਂਦੀ ਹੈ ਜੋ ਬਦਲਦੇ ਨਹੀਂ ਹਨ, ਜਿਵੇਂ ਕਿ ਸੌਫਟਵੇਅਰ ਦਾ ਸ਼ੁਰੂਆਤੀ ਬੂਟਅਪ ਹਿੱਸਾ ਜਾਂ ਫਰਮਵੇਅਰ ਨਿਰਦੇਸ਼ ਜੋ ਤੁਹਾਡੇ ਪ੍ਰਿੰਟਰ ਨੂੰ ਚਲਾਉਂਦੇ ਹਨ। ਕੰਪਿਊਟਰ ਨੂੰ ਬੰਦ ਕਰਨ ਨਾਲ ROM ਤੇ ਕੋਈ ਅਸਰ ਨਹੀਂ ਹੁੰਦਾ। ਸਥਿਰ ਮੈਮਰੀ ਨੂੰ ਉਪਭੋਗਤਾਵਾਂ ਦੁਆਰਾ ਬਦਲਿਆ ਨਹੀਂ ਜਾ ਸਕਦਾ। ਦੂਸਰਾ ਸਾਡੇ ਕੋਲ ਵੱਡਾ ਪ੍ਰਸ਼ਨ ਹੈ ਬਾਹਰੀ ਮੈਮਰੀ ਦੀ ਵਿਆਖਿਆ ਕਰੋ। ਬਾਹਰੀ ਮੈਮਰੀ ਨੂੰ ਸੈਕੰਡਰੀ ਜਾਂ ਐਕਜ਼ਿਲਰੀ ਮੈਮਰੀ ਜਾਂ ਸਥਾਈ ਮੈਮਰੀ ਵੀ ਕਿਹਾ ਜਾਂਦਾ ਹੈ। ਇਹਨਾਂ ਦੀ ਵਰਤੋਂ ਡਾਟਾ ਅਤੇ ਸੂਚਨਾ ਨੂੰ ਪੱਕੇ ਤੌਰ ਤੇ ਸਟੋਰ ਕਰਕੇ ਰੱਖਣ ਲਈ ਕੀਤੀ ਜਾਂਦੀ ਹੈ। ਇਹਨਾਂ ਮੈਮਰੀ ਨੂੰ CPU ਸਿੱਧੇ ਇਸਤੇਮਾਲ ਨਹੀਂ ਕਰ ਸਕਦਾ। ਇਹਨਾਂ ਨੂੰ ਇਨਪੁਟ ਆਊਟਪੁੱਟ ਰੂਟੀਨ ਰਾਹੀਂ ਇਸਤੇਮਾਲ ਕੀਤਾ ਜਾਂਦਾ ਹੈ। ਸੈਕੰਡਰੀ ਮੈਮਰੀ ਵਿਚਲਾ ਡਾਟਾ
ਪਹਿਲਾਂ ਮੁੱਖ ਮੈਮਰੀ ਵਿੱਚ ਭੇਜਿਆ ਜਾਂਦਾ ਹੈ, ਫਿਰ CPU ਡਾਟਾ ਦੀ ਵਰਤੋਂ ਕਰ ਸਕਦਾ ਹੈ। ਸੈਕੰਡਰੀ ਮੈਮਰੀ ਦੀਆਂ ਕੁਝ ਮੁੱਖ ਉਦਾਹਰਨਾਂ ਨੇ ਸਾਡੇ ਕੋਲ, ਜਿਵੇਂ CD-ROM, DVD, ਹਾਰਡ ਡਿਸਕ, ਪੈਨ ਡਰਾਈਵ ਆਦਿ। ਅੱਗੇ ਤੀਸਰਾ ਪ੍ਰਸ਼ਨ ਸਾਡੇ ਕੋਲ, ਸੈਕੰਡਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। तो ਸੈਕੰਡਰੀ ਮੈਮਰੀ ਦੀਆਂ ਕੁਝ ਸਾਡੇ ਕੋਲ ਵਿਸ਼ੇਸ਼ਤਾਵਾਂ, ਜਿਸ ਵਿੱਚ ਪਹਿਲਾ ਹੈ ਇਹ ਮੈਗਨੈਟਿਕ ਅਤੇ ਆਪਟੀਕਲ ਕਿਸਮ ਦੀ ਮੈਮਰੀ ਹੁੰਦੀ ਹੈ। ਦੂਸਰਾ ਹੈ ਸੈਕੰਡਰੀ ਮੈਮਰੀ ਵਿੱਚ ਡਾਟਾ ਪੱਕੇ ਤੌਰ ਤੇ ਉਸ ਸਮੇਂ ਤੱਕ ਸਟੋਰ ਰਹਿੰਦਾ ਹੈ ਜਦੋਂ ਤੱਕ ਉਸ ਉੱਪਰ ਕੁਝ ਹੋਰ ਨਾ ਲਿਖਿਆ ਜਾਵੇ ਜਾਂ ਇਸ ਨੂੰ ਯੂਜ਼ਰ ਦੁਆਰਾ ਮਿਟਾਇਆ ਨਾ ਜਾਵੇ। ਤੀਸਰਾ ਪੁਆਇੰਟ ਹੈ ਇਸ ਮੈਮਰੀ ਵਿੱਚ ਡਾਟਾ ਬਿਜਲੀ ਬੰਦ ਹੋਣ ਤੇ ਵੀ ਪੱਕੇ ਤੌਰ ਤੇ ਸਟੋਰ ਰਹਿੰਦਾ ਹੈ। ਚੌਥਾ ਪੁਆਇੰਟ ਹੈ ਸੈਕੰਡਰੀ ਸਟੋਰੇਜ ਯੰਤਰਾਂ ਦੀ ਉੱਚ ਭੌਤਿਕ ਸਥਿਰਤਾ ਕਾਰਨ ਇਹਨਾਂ ਵਿੱਚ ਡਾਟਾ ਸੁਰੱਖਿਅਤ ਰਹਿੰਦਾ ਹੈ। ਪੰਜਵਾਂ ਪੁਆਇੰਟ ਹੈ ਕੰਪਿਊਟਰ ਸਾਫਟਵੇਅਰ ਦੀ ਮਦਦ ਨਾਲ ਮਾਨਤਾ ਪ੍ਰਾਪਤ ਯੂਜ਼ਰ ਡਾਟਾ ਨੂੰ ਜਲਦੀ ਲੱਭ ਸਕਦੇ ਹਨ ਅਤੇ ਇਸ ਦੀ ਵਰਤੋਂ ਕਰ ਸਕਦੇ ਹਨ। ਛੇਵਾਂ ਪੁਆਇੰਟ ਹੈ ਸੈਕੰਡਰੀ ਸਟੋਰੇਜ ਬਹੁਗਿਣਤੀ ਡਿਸਕਾਂ ਦੇ ਸੈੱਟਾਂ ਵਿੱਚ ਬਹੁਤ ਸਾਰਾ ਡਾਟਾ ਸਟੋਰ ਕਰ ਸਕਦੀ ਹੈ। ਸੱਤਵਾਂ ਪੁਆਇੰਟ ਹੈ ਪ੍ਰਾਇਮਰੀ ਮੈਮਰੀ ਦੇ ਮੁਕਾਬਲੇ ਮੈਗਨੈਟਿਕ ਟੇਪ ਜਾਂ ਡਿਸਕ ਉੱਤੇ ਡਾਟਾ ਨੂੰ ਸਟੋਰ ਕਰਨਾ ਕਾਫੀ ਸਸਤਾ ਪੈਂਦਾ ਹੈ। ਅੱਠਵਾਂ ਪੁਆਇੰਟ ਕੰਪਿਊਟਰ ਸੈਕੰਡਰੀ ਮੈਮਰੀ ਤੋਂ ਬਿਨਾਂ ਸਟਾਰਟ ਹੋ ਸਕਦਾ ਹੈ। ਨੌਵਾਂ ਪੁਆਇੰਟ ਹੈ ਇਸ ਦੀ ਰਫ਼ਤਾਰ ਪ੍ਰਾਇਮਰੀ ਮੈਮਰੀ ਨਾਲੋਂ ਧੀਮੀ ਜਾਂ ਹੌਲੀ ਹੁੰਦੀ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਟਰੈਕ ਅਤੇ ਸੈਕਟਰ ਕੀ ਹੁੰਦੇ ਹਨ। ਸਭ ਤੋਂ ਛੋਟੀ ਇਕਾਈ ਜਿਸ ਨੂੰ ਡਿਸਕ ਤੇ ਐਕਸੈਸ ਕੀਤਾ ਜਾ ਸਕਦਾ ਹੈ। ਜਦੋਂ ਇੱਕ ਡਿਸਕ ਇੱਕ ਹੇਠਲੇ ਪੱਧਰ ਦੇ ਫਾਰਮੈਟ ਵਿੱਚੋਂ ਗੁਜ਼ਰਦੀ ਹੈ ਤਾਂ ਇਸ ਨੂੰ ਟਰੈਕਾਂ ਅਤੇ ਸੈਕਟਰਾਂ ਵਿੱਚ ਵੰਡਿਆ ਜਾਂਦਾ ਹੈ। ਟਰੈਕ ਡਿਸਕ ਦੇ ਦੁਆਲੇ ਕੇਂਦਰਿਤ ਚੱਕਰ ਹਨ, ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਦੇਖ ਪਾ ਰਹੇ ਹੋ। ਜਿਹੜਾ ਇੱਕ ਤੁਹਾਨੂੰ ਇੱਕ ਸਰਕਲ ਲੱਭ ਰਿਹਾ ਹੈ, ਸਰਕਲ ਜਿਹੜਾ ਵਾਈਟ ਕਲਰ 'ਚ ਤੁਹਾਨੂੰ ਨਜ਼ਰ ਆ ਰਿਹਾ ਹੈ, ਉਸ ਨੂੰ ਅਸੀਂ ਕੀ ਕਹਾਂਗੇ, ਟਰੈਕ। ਅਤੇ ਸੈਕਟਰ ਹਰੇਕ ਚੱਕਰ ਦੇ ਅੰਦਰ ਹਿੱਸੇ ਹਨ। ਸੋ ਜਿਵੇਂ ਤੁਸੀਂ ਹੇਠਾਂ ਚਿੱਤਰ ਵਿੱਚ ਸੈਕਟਰ ਦੇਖ ਰਹੇ ਹੋ, ਤਾਂ ਸੈਕਟਰ ਇੱਕ ਛੋਟਾ ਜਿਹਾ ਹਿੱਸਾ ਹੁੰਦਾ ਹੈ, ਉਸ ਨੂੰ ਅਸੀਂ ਸੈਕਟਰ ਕਹਿੰਦੇ ਹਾਂ। ਉਦਾਹਰਨ ਲਈ ਇੱਕ ਫਾਰਮੈਟਡ ਡਿਸਕ ਵਿੱਚ 40 ਟਰੈਕ ਹੋ ਸਕਦੇ ਹਨ। ਹਰੇਕ ਟਰੈਕ ਨੂੰ 10 ਸੈਕਟਰਾਂ ਵਿੱਚ ਵੰਡਿਆ ਗਿਆ ਹੁੰਦਾ ਹੈ। ਸੋ ਆਪਰੇਟਿੰਗ ਸਿਸਟਮ ਅਤੇ ਡਿਸਕ ਡਰਾਈਵ ਇਸ ਦੇ ਟਰੈਕ ਅਤੇ ਸੈਕਟਰ ਨੰਬਰ ਨੂੰ ਨੋਟ ਕਰਕੇ ਡਿਸਕ ਤੇ ਜਾਣਕਾਰੀ ਕਿੱਥੇ ਸਟੋਰ ਕੀਤੀ ਜਾਂਦੀ ਹੈ ਇਸ ਤੇ ਟੈਬ ਜਾਂ ਜਾਣਕਾਰੀ ਰੱਖਦੇ ਹਨ। ਅਗਰ ਪੰਜਵਾਂ ਪ੍ਰਸ਼ਨ ਹੈ ਕੈਸ਼ ਮੈਮਰੀ ਕੀ ਹੈ, ਇਸ ਦੇ ਲਾਭ ਅਤੇ ਹਾਨੀਆਂ ਲਿਖੋ। ਕੈਸ਼ ਮੈਮਰੀ ਇੱਕ ਖਾਸ ਅਤੇ ਬਹੁਤ ਹੀ ਹਾਈ ਸਪੀਡ ਮੈਮਰੀ ਹੈ। ਕੈਸ਼ ਮੈਮਰੀ ਮੁੱਖ ਮੈਮਰੀ ਜਾਂ ਡਿਸਕ ਮੈਮਰੀ ਨਾਲੋਂ ਮਹਿੰਗੀ ਹੈ, ਪਰ CPU ਰਜਿਸਟਰਾਂ ਨਾਲੋਂ ਕਿਫਾਇਤੀ ਹੈ। ਕੈਸ਼ ਮੈਮਰੀ ਇੱਕ ਬਹੁਤ ਹੀ ਤੇਜ਼ ਮੈਮਰੀ ਦੀ ਕਿਸਮ ਹੈ ਜੋ RAM ਅਤੇ CPU ਵਿਚਕਾਰ ਇੱਕ ਬਫਰ ਵਜੋਂ ਕੰਮ ਕਰਦੀ ਹੈ। ਇਹ ਅਕਸਰ ਬੇਨਤੀ ਕੀਤੇ ਡਾਟਾ ਅਤੇ ਨਿਰਦੇਸ਼ਾਂ ਨੂੰ ਰੱਖਦੀ ਹੈ ਤਾਂ ਜੋ ਲੋੜ ਪੈਣ ਤੇ ਉਹ ਤੁਰੰਤ CPU ਲਈ ਉਪਲਬਧ ਹੋਣ। ਕੈਸ਼ ਮੈਮਰੀ ਦੀ ਵਰਤੋਂ ਮੁੱਖ ਮੈਮਰੀ ਤੋਂ ਡਾਟਾ ਐਕਸੈਸ ਕਰਨ ਲਈ ਉਸ ਸਮਾਂ ਘਟਾਉਣ ਲਈ ਕੀਤੀ ਜਾਂਦੀ ਹੈ। ਅੱਗੇ ਹੁਣ ਅਸੀਂ ਕੈਸ਼ ਮੈਮਰੀ ਦੇ ਲਾਭ ਬਾਰੇ ਜਾਣਾਂਗੇ। ਸੋ ਇਸ ਦੇ ਸਾਡੇ ਕੋਲ ਲਾਭ ਹੈ, ਇਹ ਮੁੱਖ ਮੈਮਰੀ ਨਾਲੋਂ ਤੇਜ਼ ਹੈ। ਮੁੱਖ ਮੈਮਰੀ ਦੇ ਮੁਕਾਬਲੇ ਇਸ ਦਾ ਐਕਸੈਸ ਟਾਈਮ ਕਾਫੀ ਘੱਟ ਹੈ। ਤੀਸਰਾ, ਡਾਟਾ ਐਕਸੈਸ ਕਰਨ ਦੀ ਗਤੀ ਵੱਧਦੀ ਹੈ, ਇਸ ਲਈ CPU ਤੇਜ਼ੀ ਨਾਲ ਕੰਮ ਕਰਦਾ ਹੈ। ਚੌਥਾ ਪੁਆਇੰਟ ਹੈ ਇਸ ਤੋਂ ਇਲਾਵਾ CPU ਦੀ ਕਾਰਗੁਜ਼ਾਰੀ ਵੀ ਬਿਹਤਰ ਹੋ ਜਾਂਦੀ ਹੈ। ਪੰਜਵਾਂ ਪੁਆਇੰਟ ਹੈ ਇਹ ਮੌਜੂਦਾ ਡਾਟਾ ਕੈਸ਼ ਮੈਮਰੀ ਵਿੱਚ ਸਟੋਰ ਕਰਦੀ ਹੈ ਅਤੇ ਤਾਂ ਜੋ ਲੋੜ ਪੈਣ ਤੇ ਇਸ ਦੀ ਵਰਤੋਂ ਕੀਤੀ ਜਾ ਸਕੇ। ਅੱਗੇ ਹੁਣ ਅਸੀਂ ਕੈਸ਼ ਮੈਮਰੀ ਦੇ ਹਾਨੀਆਂ ਬਾਰੇ ਜਾਣਾਂਗੇ। ਸੋ ਇਸ ਦੀ ਪਹਿਲੀ ਹਾਨੀ ਹੈ ਇਹ ਕਾਫੀ ਮਹਿੰਗੀ ਹੈ ਤੇ ਦੂਸਰਾ ਇਸ ਦੀ ਸਟੋਰੇਜ ਸਮਰੱਥਾ ਸੀਮਿਤ ਹੁੰਦੀ ਹੈ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਦੇ ਨਾਲ ਕੰਪਿਊਟਰ ਵਿਸ਼ੇ ਦੇ ਨਾਲ ਸੰਬੰਧਿਤ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।